ਇਹਦੇ ਵਿੱਚ ਕੋਈ ਮੰਕ ਮਿਲਿਆ ਜਿਹਨੇ ਇਹਨੂੰ ਜ਼ਿਕਰ ਕੀਤਾ ਕਿ ਸਾਡੀਆਂ ਕਿਤਾਬਾਂ ਦੇ ਵਿੱਚ ਕਿਸੇ ਬੰਦੇ ਦਾ ਜ਼ਿਕਰ ਹੈ ਜਿਹੜਾ ਕਿਸੇ ਦੂਰ ਉੱਥੋਂ ਆਇਆ ਸੀ ਮੁਲਕਾਂ ਦੇ ਵਿੱਚੋਂ, ਔਰ ਇੱਥੇ ਆ ਕੇ ਉਹ ਥੋੜੀ ਦੇਰ ਰੁਕਿਆ ਔਰ ਉਸ ਤੋਂ ਬਾਅਦ ਉਹ ਥੱਲੇ ਸਾਊਥ ਵਾਲੇ ਪਾਸੇ ਗਿਆ। ਸਾਊਥ ਵਾਲੇ ਪਾਸੇ ਹਿੰਦੂ ਲੋਕਾਂ ਨੇ ਉਹਨੂੰ ਉਹਦੀ ਮੁਖਾਲਫਤ ਕੀਤੀ ਹੈ, ਉਹਨੂੰ ਲੜਾਈ ਝਗੜਾ ਕੀਤਾ ਤੇ ਉਹ ਫਿਰ ਵਾਪਸ ਇਸ ਜਿਸ ਰਸਤੇ ਥਾਣੀ ਆਇਆ ਸੀ ਇਸੇ ਰਸਤੇ ਥਾਣੀ ਵਾਪਸ ਜਿੱਥੋਂ ਦੂਰ ਮੁਲਕਾਂ ਤੋਂ ਕਿਧਰੇ ਆਇਆ ਸੀ ਉੱਥੇ ਚਲਾ ਗਿਆ। ਨਿਕਲਸ ਨਿਟਵਿਚ ਨੇ ਇਸ ਚੀਜ਼ ਨੂੰ ਆਪਣੀ ਬੇਸ ਬਣਾ ਕੇ ਇੱਕ ਕਿਤਾਬ ਲਿਖੀ, ਲੌਸਟ ਈਅਰਸ ਆਫ ਜੀਸਸ। ਰਸ਼ੀਅਨ ਕਿਤਾਬ ਕਿਸੇ ਰਸ਼ੀਅਨ ਜ਼ਬਾਨ ਦੇ ਵਿੱਚ, ਉਹਦਾ ਇੰਗਲਿਸ਼ ਦਾ ਤਰਜਮਾ ਵੀ ਹੋ ਗਿਆ। ਅੱਛਾ, ਜਦੋਂ ਇਹ ਕੰਮ ਹੋਇਆ 1884 ਦੇ ਵਿੱਚ, ਤੇ ਜਿਹੜੇ ਯੂਰਪ ਦੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਕ੍ਰਿਸਚੀਅਨ ਸਕਾਲਰ ਸਨ, ਉਹਨਾਂ ਨੇ ਸਾਰਿਆਂ ਨੇ ਨਿਕਲਸ ਨਿਟਵਿਚ ਦੀ ਇਸ ਥਿਊਰੀ ਦਾ ਰੱਦ ਕੀਤਾ। ਇੱਕ ਗੋਰਾ ਸੀ, ਉਹਦਾ ਨਾਂ ਸੀ ਡਾਕਟਰ ਗ੍ਰੀਨ ਕੇ ਪਤਾ ਨਹੀਂ ਕੀ ਉਹਦਾ ਨਾਂ ਸੀ, ਇਸੇ ਤਰ੍ਹਾਂ ਹੀ ਕੋਈ ਪਾਦਰੀ ਫਾਦਰ ਗ੍ਰੀਨ ਕੇ ਪਤਾ ਨਹੀਂ, ਇਸ ਤਰ੍ਹਾਂ ਕਰਕੇ ਉਹਦਾ ਮੈਂ ਤੁਹਾਨੂੰ ਐਗਜ਼ੈਕਟ ਨਾਂ ਕੱਢ ਦਿਆਂਗਾ, ਮੇਰੇ ਕੋਲ ਲਿਖੇ ਨੇ ਨੋਟਸ ਦੇ ਵਿੱਚ। ਉਹਨੇ ਇਹਦੀ ਕਿਤਾਬ ਲੌਸਟ ਈਅਰਸ ਦੇ ਜਵਾਬ ਦੇ ਵਿੱਚ, ਲੌਸਟ ਈਅਰਸ ਆਫ ਜੀਸਸ ਦੇ ਜਵਾਬ ਦੇ ਵਿੱਚ ਰਿਫਿਊਟ ਵੀ ਲਿਖਿਆ, ਔਰ ਉਹਨੇ ਕਿਹਾ ਨਿਕਲਸ ਗ੍ਰੀਨ ਸਾਹਿਬ ਮੁਸਲਮਾਨ ਹੋ ਗਏ ਨੇ ਨਾ, ਉਹਨਾਂ ਨੇ ਤਾਂ ਨਹੀਂ ਗੱਲ ਕਰ ਰਹੇ ਤੁਸੀਂ? ਨਹੀਂ, ਇਹ ਪੁਰਾਣੀ ਗੱਲ ਹੋ ਰਹੀ ਹੈ। ਗੱਲ ਹੋ ਰਹੀ ਹੈ 1888 ਦੇ ਵਿੱਚ ਇੰਗਲੈਂਡ ਦੇ ਵਿੱਚ ਸਕਾਲਰ ਹੈਗਾ ਸੀ ਉਹਦੀ। ਠੀਕ ਹੈ, ਤੁਸੀਂ ਜਾਇ ਹਾਂ, ਓਲਡ ਵਾਲੇ ਦੀ ਉਹ ਨਹੀਂ, ਤੁਸੀਂ ਅਬਦੁਲ ਰਹਿਮਾਨ ਗ੍ਰੀਨ ਦੀ ਨਹੀਂ ਮੈਂ ਗੱਲ ਕਰਦਾ ਪਿਆ। ਉਹ ਤੇ ਆਪਣਾ ਬੜਾ ਅੱਛਾ ਮਾਸ਼ਾਅੱਲਾ ਦਾਈ ਗਿਆ, ਅੱਲਾਹ ਤਾਲਾ ਉਹਨੂੰ ਦਵੇ। ਇਹ ਮੈਂ ਪੁਰਾਣੀ 1888 ਦੇ ਵਿੱਚ ਕੋਈ ਹੈਗਾ ਸੀ ਪਾਦਰੀ ਇਹਨਾਂ ਦਾ ਗ੍ਰੀਨ, ਉਹਦੀ ਗੱਲ ਕਰਨਾ ਪਿਆ। ਉਹਨੇ ਇਹਦੇ ਨਿਕਲਸ ਨਿਟਵਿਚ ਦੀ ਕਿਤਾਬ ਦੇ ਮੁਕਾਬਲੇ ਦੇ ਵਿੱਚ ਕਿਤਾਬ ਵੀ ਲਿਖੀ। ਮਿਰਜ਼ਾ ਸਾਹਿਬ ਇੰਡੀਆ ਦੇ ਵਿੱਚ ਵੀ ਉਹ ਕਿਤਾਬ ਦੀ ਕੋਈ ਕਾਪੀ ਗਈ, ਉੱਥੇ ਦੇ ਜਿਹੜਾ ਵਾਇਸਰਾਏ ਜਾਂ ਜਨਰਲ ਨਿਕਲਸਨ ਹੈਗਾ ਸੀ ਉਹਦੇ ਤੱਕ ਉਹ ਪਹੁੰਚੀ। ਔਰ ਇੱਕ ਹੋਰ ਵੀ ਉਸ ਜ਼ਮਾਨੇ 'ਚ ਕਿਤਾਬ ਲਿਖੀ ਗਈ, ਜੀਸਸ ਇਨ ਇੰਡੀਆ, ਉਹ ਵੀ ਇਹਦੀ ਨਿਕਲਸ ਨਿਟਵਿਚ ਦੇ ਰਿਫਿਊਟ ਦੇ ਵਿੱਚ ਲਿਖੀ ਗਈ ਕਿ ਜਿਹੜਾ ਹਵਾਲਾ ਪੇਸ਼ ਕੀਤਾ ਜਾ ਰਿਹਾ ਹੈ ਕਿ 18 ਸਾਲ ਜੀਸਸ ਜਿਹੜਾ ਉਹ ਬਾਈਬਲ ਦੇ ਵਿੱਚ ਉਹਦਾ ਕੋਈ ਜ਼ਿਕਰ ਨਹੀਂ ਹੈਗਾ, ਤੇ ਉਹ ਸਾਰੇ ਇਲਾਕਿਆਂ ਦੇ ਵਿੱਚੋਂ ਫਿਰ ਰਿਹਾ ਸੀ ਔਰ ਇੱਥੋਂ ਫਿਰ ਕੇ ਫਿਰ ਯਰੂਸ਼ਲਮ ਵਾਪਸ ਚਲੇ ਗਿਆ। ਅੱਛਾ, ਇਹ ਤੇ ਸਟੋਰੀ ਹੈਗੀ ਸੀ ਅਲੱਗਾ। ਨਿਕਲਸ ਨਿਟਵਿਚ ਨੇ ਜ਼ਿਕਰ ਕੀਤਾ ਮਿਰਜ਼ੇ ਦੇ ਨਾਲ, ਕਿਉਂਕਿ ਮਿਰਜ਼ਾ ਤੇ ਉਹਨਾਂ ਦੀ ਬੜੀ ਤਈਦਿਆਂ ਦੇ ਵਿੱਚ ਫਿਰ ਕੇ ਫੇਰੇ ਲਾਉਂਦਾ ਸੀ ਨਾ, ਕਦੀ ਆਪਣੀ ਕੋਟਾਂ ਦੇ ਚੱਕਰ ਦੇ ਵਿੱਚ ਉਹਨਾਂ ਕੋਲੋਂ ਪਰਨਾਲੇ ਲੈ ਰਿਹਾ ਹੁੰਦਾ ਸੀ, ਕਦੀ ਹੋਰ ਕਿਸੇ ਦੀ ਵਜ੍ਹਾ ਤੋਂ ਇਹਦੇ ਉੱਤੇ ਕੇਸ ਹੋ ਰਿਹਾ ਤੇ ਉਹਨਾਂ ਕੋਲ ਗੁਜ਼ਾਰਿਸ਼ਾਂ ਕਰ ਰਿਹਾ ਹੁੰਦਾ ਸੀ, ਖੱਤ ਲਿਖ ਰਿਹਾ ਹੁੰਦਾ ਸੀ, ਹੋਰ ਬੜੀਆਂ ਚੀਜ਼ਾਂ ਵਜ਼ੀਫਿਆਂ ਵਾਸਤੇ, ਕਦੀ ਪ੍ਰੋਟੈਕਸ਼ਨ ਵਾਸਤੇ ਕਿ ਜੀ ਮੈਂ ਫਿਰਕਾ ਬਣਾ ਲਿਆ, ਫਿਰਕਾ ਅਹਿਮਦੀਆ, ਮੁਸਲਮਾਨ ਮੈਨੂੰ ਬੜੀ ਈਜ਼ਾ ਪਹੁੰਚਾ ਰਹੇ ਨੇ, ਮੇਰੀ ਪ੍ਰੋਟੈਕਸ਼ਨ ਕੀਤੀ ਜਾਵੇ ਔਰ ਮੇਰਾ ਫਿਰਕਾ ਹੀ ਜਿਹੜਾ ਤੁਹਾਡੇ ਵਾਸਤੇ ਬੈਸਟ ਹੈਗਾ। ਆਪਣੀਆਂ ਵਫਾਦਾਰੀਆਂ ਦਾ ਸਬੂਤ ਵਿਚਾਰਾ ਦਿੰਦਾ ਸੀ, ਲਿਖ ਕੇ ਵੀ ਔਰ ਜਾ ਕੇ ਵੀ। ਤੇ ਨਿਕਲਸ ਨਿਟਵਿਚ ਨੇ ਇਹਨੇ ਜ਼ਿਕਰ ਕੀਤਾ, ਉਹਨੇ ਜਨਰਲ ਨਿਕਲਸਨ ਨੇ ਇਹਨੇ ਜ਼ਿਕਰ ਕੀਤਾ ਮਿਰਜ਼ਾ ਸਾਹਿਬ ਨੂੰ ਕਿ ਮਿਰਜ਼ਾ ਸਾਹਿਬ ਤੁਹਾਡੇ ਮਜ਼ਹਬ ਦੇ ਵਿੱਚ ਕੋਈ ਹੈ ਇਸ ਤਰ੍ਹਾਂ ਦਾ ਕਨਸੈਪਟ ਕਿ ਜਿਹੜੇ ਹਜ਼ਰਤ ਈਸਾ ਨੇ ਇੰਡੀਆ ਆਏ ਹੋਣ? ਉਹਨੇ ਕਿਹਾ ਜੀ ਕਿਉਂ ਜੀ? ਉਹਨੇ ਕਿਹਾ ਜੀ ਇਹ ਦੇਖੋ ਜਨਾਬ, ਨਿਕਲਸ ਨਿਟਵਿਚ ਨੇ ਕਿਤਾਬ ਲਿਖੀ ਸੀ ਕਿ ਜੀ ਹਜ਼ਰਤ ਈਸਾ ਇਹ ਰਸਤੇ ਤੋਂ ਟਰਕੀ ਤੋਂ ਇੱਥੋਂ ਹੁੰਦੇ ਤਿੱਬਤ ਆਏ ਨੇ, ਕਸ਼ਮੀਰ ਦਾ ਕੋਈ ਜ਼ਿਕਰ ਨਹੀਂ ਇਹਦੇ ਵਿੱਚ। ਰਾਜਾ ਜਵੇਦ ਸਾਹਿਬ, ਲੈਟਸ ਬੀ ਵੈਰੀ ਕਲੀਅਰ ਅਬਾਊਟ that. Nicholas Nitovich book does not mention, it's actually on the internet, you can download it and read it yourself. Whatever I'm saying is a summary of what is written in that book. You can download it and have a read yourself. ਅੱਛਾ, ਨਿਕਲਸ ਨਿਟਵਿਚ ਨੇ ਜਿਹੜੀ ਉਹ ਲਿਖੀ ਸੀ ਨਾ, ਉਹਦੇ ਵਿੱਚ ਤਿੱਬਤ ਹੈਗਾ ਸੀ ਔਰ ਕਸ਼ਮੀਰ ਦਾ ਕੋਈ ਜ਼ਿਕਰ ਨਹੀਂ ਹੈ ਸੀ, ਔਰ ਉਹ ਇੱਥੋਂ ਵਾਪਸ ਜ਼ਿੰਦਾ ਗਿਆ ਹੈ ਨਿਕਲਸ ਨਿਟਵਿਚ ਦੀ ਬੁੱਕ ਦੇ ਵਿੱਚ। ਔਰ ਉਹਦੇ ਮੁਕਾਬਲੇ ਦੇ ਵਿੱਚ ਜਿਹੜਾ ਗੋਰਿਆਂ ਨੇ ਰਿਫਿਊਟ ਲਿਖ ਕੇ ਭੇਜਿਆ ਸੀ ਜਨਰਲ ਨਿਕਲਸਨ ਨੂੰ, ਉਹ ਵੀ ਮਿਰਜ਼ਾ ਸਾਹਿਬ ਨੂੰ ਉਹਨੇ ਦੱਸਿਆ ਕਿ ਸਾਡੇ ਪਾਦਰੀਆਂ ਨੇ ਉਹਦਾ ਇਹ ਰੱਦ ਕੀਤਾ ਕਿ ਨਿਕਲਸ ਨਿਟਵਿਚ ਤੂੰ ਝੂਠ ਬੋਲਣਾ ਹੈ, ਗਲਤ ਗੱਲ ਕਰਨਾ, ਹਜ਼ਰਤ ਈਸਾ ਬਿਲਕੁਲ ਕੋਈ ਇੰਡੀਆ ਸ਼ਿੰਡੀਆ ਨਹੀਂ ਆਏ। ਇਹ ਚੀਜ਼ਾਂ ਸੁਣ ਕੇ ਨਾ ਮਿਰਜ਼ੇ ਦੇ ਖੜਕੇ ਕੰਨ, ਜਵਾਦ ਸਾਹਿਬ, ਮਿਰਜ਼ਾ ਸਾਹਿਬ ਦੇ ਖੜਕੇ ਕੰਨ। ਔਰ ਮਿਰਜ਼ਾ ਸਾਹਿਬ ਨੇ ਕਿਹਾ ਜੀ ਸਵੇਰੇ ਉੱਠ ਕੇ ਜਨਾਬ ਰਾਤੀ ਮੈਨੂੰ ਹੋ ਗਿਆ ਇਲਾਮ, ਹਜ਼ਰਤ ਈਸਾ ਤੇ ਫੌਤ ਹੋ ਗਏ ਸਨ, ਔਰ ਉਹਨੇ ਹਜ਼ਰਤ ਈਸਾ ਦੀਆਂ ਕਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਹਜ਼ਰਤ ਈਸਾ ਦੀਆਂ 4 ਕਬਰਾਂ ਉਹਨੇ ਲੱਭੀਆਂ, 4। ਉਹ ਚਾਰੋਂ ਦੀ ਚਾਰੋਂ ਮੈਂ ਸਕੈਨ ਪੇਜ ਆਪਣੀ ਪ੍ਰੋਫਾਈਲ ਤੇ ਲਾਏ ਨੇ ਮਿਰਜ਼ਾ ਸਾਹਿਬ ਦੀ ਕਿਤਾਬਾਂ ਦੇ ਵਿੱਚੋਂ ਹੀ, ਜੇ ਕਿਸੇ ਨੂੰ ਸ਼ੌਕ ਜ਼ਿਕਰ ਕੀਤਾ ਇਸ ਗੱਲ ਦਾ। ਆ ਦੇਖਿਆ ਨਾ ਤੁਸੀਂ? ਅੱਛਾ, ਪਹਿਲੇ ਇੱਕ ਜਗ੍ਹਾ ਦੱਸੀ ਕਿ ਜੀ ਉਹਨਾਂ ਦੀ ਤੇ ਕਬਰ ਜਿਹੜੀ ਏ ਉਹ ਯਰੂਸ਼ਲਮ ਦੇ ਵਿੱਚ ਏ,
ਫਿਰ ਉਹਨਾਂ ਦੀ ਕਬਰ ਦੱਸੀ ਨਹੀਂ, ਉਹਨਾਂ ਦੀ ਕਬਰ ਤੇ ਗਲਾ ਲਾਈ ਦੇ ਵਿੱਚ ਹੈਗੀ ਏ। ਫਿਰ ਕਬਰ ਦੱਸੀ ਕਿ ਜੀ ਉਹਨਾਂ ਦੀ ਕਬਰ ਜਿਹੜੀ ਏ ਉਹ ਸ਼ਾਮ ਬਲਦੁਲ ਸ਼ਲਾਮ ਲਿਬੀਆ, ਬਲਦੇ ਸ਼ਾਮ ਲਿਬੀਆ ਦੇ ਵਿੱਚ ਹੈਗੀ ਏ, ਠੀਕ ਹੈ, ਤੇ ਸੀਰੀਆ ਦੇ ਵਿੱਚ ਹੈਗੀ ਏ। ਇਹ 4 ਜਗ੍ਹਾ ਦੇ ਉੱਤੇ ਮਿਰਜ਼ਾ ਸਾਹਿਬ ਕਬਰਾਂ ਪਹਿਲਾਂ ਹੀ ਆਲਰੇਡੀ ਦੱਸ ਚੁੱਕੇ ਨੇ। ਤੇ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਨੇ ਖਬਰ ਦਿੱਤੀ ਕਿ ਇਹ ਜਿਹੜਾ ਯੂਸਫ ਆਜ਼ਾ ਦਾ ਮਕਬਰਾ ਹੈ ਨਾ, ਯੂਸਫ ਆਜ਼ਾ ਦਾ, ਇਸ ਕਸ਼ਮੀਰ ਦੇ ਵਿੱਚ, ਮਹੱਲਾ ਕਸ਼ਮੀਰੀਆਂ ਦੇ ਵਿੱਚ, ਇਹਦੇ ਵਿੱਚ ਸ੍ਰੀਨਗਰ, ਇਹਦੇ ਵਿੱਚ 2 ਕਬਰਾਂ ਮੌਜੂਦ ਨੇ। ਇੱਕ ਤੇ ਆਪਣੇ ਕੋਈ ਰੀਸੈਂਟ ਪੀਰ ਹੈਗੇ ਨੇ, ਕੋਈ ਉੱਥੋਂ ਦੇ ਕਾਦਰੀ ਸਿਲਸਿਲਾ ਹੈਗਾ, ਕਿਉਂਕਿ ਉਹਨਾਂ ਦਾ ਕੋਈ ਹੈਗਾ, ਤੇ ਇੱਕ ਕਬਰ ਹੈਗੀ ਹੈ ਜਿਹੜੀ ਉਸ ਤੋਂ ਥੱਲੇ ਹੈਗੀ ਹੈ, ਔਰ ਉਹਦੀ ਡਾਇਰੈਕਸ਼ਨ ਯਰੂਸ਼ਲਮ ਵਾਲੇ ਪਾਸੇ ਵੇ, ਠੀਕ ਹੈ। ਮੁਸਲਮਾਨ ਆਪਣਾ ਜਿਹੜੀ ਕਬਰ ਬਣਾਉਂਦੇ ਨੇ ਨਾ ਰਾਜਾ ਜੁਵੇ ਸਾਹਿਬ, ਉਹ ਕਿਬਲੇ ਵੱਲ ਉਹਦਾ ਸਿਰ ਹੁੰਦਾ, ਲੇਕਿਨ ਉਹ ਜਿਹੜੀ ਕਬਰ ਦੂਸਰੀ ਗਈ ਸੀ ਉਹਦਾ ਸਿਰ ਥੱਲੇ। ਇਸ ਤੋਂ ਇਲਾਵਾ ਯੂਸਫ ਆਜ਼ਾ ਅਲੀ, ਉਹਨਾਂ ਨੇ ਇਸ ਦੇ ਉੱਤੇ ਸਵਾਲ ਕੀਤਾ ਕਿ ਇਹ ਯੂਸਫ ਆਜ਼ਾ ਯਹੂਦੀ ਸੀ ਜਾਂ ਕੌਣ ਸੀ। ਉਹਨਾਂ ਨੇ ਆਪਣਾ ਇੱਕ ਸਟੂਡੈਂਟ ਕਹਿ ਲਓ ਜਾਂ ਆਪਣਾ ਇੱਕ ਮੁਰੀਦ ਕਹਿ ਲਓ, ਸ਼ੇਖ ਅਬਦੁੱਲਾ, ਜਿਹੜਾ ਕਿ ਤਾਜ਼ਾ ਇਹਨਾਂ ਦੀ ਬੈਤ ਹੋਈ ਸੀ, ਪੜ੍ਹਿਆ ਲਿਖਿਆ ਸੀ, ਉਹਨੂੰ ਭੇਜਿਆ ਕਿ ਤੂੰ ਜਾ ਸ਼ੇਖ ਅਬਦੁੱਲਾ ਔਰ ਜਾ ਕੇ ਚੈੱਕ ਕਰਕੇ ਆ। ਸ਼ੇਖ ਅਬਦੁੱਲਾ ਗਿਆ ਔਰ ਉਹਨੇ ਜਾ ਕੇ ਲੋਕਾਂ ਨੂੰ ਪੁੱਛਿਆ ਕਿ ਇਹ ਕਿਹਦੀ ਕਬਰ ਹੈ। ਉਹਨਾਂ ਨੇ ਕਿਹਾ ਜੀ ਕੋਈ ਪਤਾ ਨਹੀਂ, ਇੱਕ ਬੰਦਾ ਹੈਗਾ ਸੀ ਯੂਸਫ ਆਜ਼ਾ, ਇਹਦੇ ਬਾਰੇ ਸੁਣਿਆ ਹੈ ਕਿ ਜੀ ਕਿਸੇ ਵੱਡੇ ਅਮੀਰ ਬਾਦਸ਼ਾਹ ਦਾ ਪੁੱਤਰ ਹੈਗਾ ਸੀ, ਕਿਸੇ ਬਾਦਸ਼ਾਹ ਦਾ ਪੁੱਤਰ ਸੀ, ਇਹ ਨਹੀਂ ਕਿ ਅੱਲਾ ਦਾ ਪੁੱਤਰ ਸੀ, ਕਿਸੇ ਬਾਦਸ਼ਾਹ ਦਾ ਪੁੱਤਰ ਸੀ। ਲੇਕਿਨ ਆਪਣੇ ਬਾਦਸ਼ਾਹ ਦੀ, ਆਪਣੇ ਵਾਲਦ ਦੀ ਉਹਨੂੰ ਦੇਖਣ ਦੀ ਬਜਾਏ, ਬਾਦਸ਼ਾਹ ਦੀ ਬਜਾਏ ਇਹਨੇ ਮਤਲਬ ਸਾਦਗੀ ਵਾਲੀ ਜ਼ਿੰਦਗੀ ਗੁਜ਼ਾਰੀ ਤੇ ਬੜਾ ਆਪਣਾ ਰੱਬ ਦਾ ਜਨਾਬ ਮੁਕਰਬ ਹੈਗਾ ਸੀ। ਉਹ ਸ਼ੇਖ ਅਬਦੁੱਲਾ ਨੇ ਪੁੱਛਿਆ ਇਹਨਾਂ ਦਾ ਮਜ਼ਹਬ, ਉਹਨਾਂ ਲੋਕਾਂ ਨੇ ਕਿਹਾ ਜੀ ਇਹਦੇ ਮਜ਼ਹਬ ਦੇ ਬਾਰੇ 'ਚ ਸਾਨੂੰ ਕੋਈ ਕਨਫਰਮੇਸ਼ਨ ਨਹੀਂ ਹੈਗੀ, ਇਹਦਾ ਕੀ ਮਜ਼ਹਬ ਸੀ, ਇਹਦਾ ਕੀ ਹੈ ਸੀ, ਕੁਛ ਨਹੀਂ ਹੈ ਸਾਡੇ ਕੋਲ, ਕੋਈ ਇਹਦਾ ਨਹੀਂ ਹੈਗਾ। ਸ਼ੇਖ ਅਬਦੁੱਲਾ ਨੇ ਇਹੀ ਚੀਜ਼ਾਂ ਵਾਪਸ ਲਿਖ ਕੇ ਮਿਰਜ਼ਾ ਸਾਹਿਬ ਨੂੰ ਭੇਜਤੀਆਂ ਕਾਦੀਆਨ। ਮਿਰਜ਼ਾ ਸਾਹਿਬ ਨੇ ਸ਼ੇਖ ਅਬਦੁੱਲਾ ਦੀ ਤਹਿਰੀਰਾਂ ਦੇ ਵਿੱਚ ਔਰ ਖੱਤ ਦੇ ਵਿੱਚ ਤਬਦੀਲੀ ਕੀਤੀ ਔਰ ਕਿਹਾ ਕਿ ਮੇਰਾ ਮੁਰੀਦ ਸ਼ੇਖ ਅਬਦੁੱਲਾ ਉੱਥੇ ਜਾ ਕੇ ਤਹਿਕੀਕ ਕਰ ਆਇਆ ਹੈ ਔਰ ਉਹਨੂੰ ਪਤਾ ਲੱਗਿਆ ਕਿ ਕਸ਼ਮੀਰ ਦੇ ਲੋਕ ਜਿਹੜੇ ਕਹਿ ਰਹੇ ਨੇ ਹਜ਼ਰਤ ਈਸਾ ਜਿਹੜੇ ਨੇ ਨਾ ਇੱਥੇ ਦਫਨ ਨੇ, ਔਰ ਹਜ਼ਰਤ ਈਸਾ ਦੀ ਇਹ ਕਬਰ ਹੈ, ਔਰ ਜਿਹਨੇ ਦੇਖਣੀ ਹੋਵੇ ਸ੍ਰੀਨਗਰ ਜਾ ਕੇ ਦੇਖ ਲਵੇ। ਇਸ ਚੀਜ਼ ਲਿਖ ਕੇ ਇਸ਼ਤਿਹਾਰ ਵੀ ਛਪਵਾਤੇ, ਰੌਲਾ ਵੀ ਪਾਤਾ ਕਿ ਜੀ ਜਿਹੜੀਆਂ ਮੈਂ ਪਹਿਲੇ ਕਬਰਾਂ ਦਸੀਆਂ ਸਨ ਉਹ ਗਲਤ ਸਨ, ਹੁਣ ਸਹੀ ਕਬਰ ਲੱਭ ਗਈ ਹੈ, ਸ਼ੇਖ ਅਬਦੁੱਲਾ ਨੇ ਜਾ ਕੇ ਲੱਭ ਗਈ ਹੈ। ਔਰ ਉਹ ਆਏ ਸਨ ਹਜ਼ਰਤ ਈਸਾ, ਉਹ ਤੇ ਨਿਕਲਸ ਨਟਵਿਚ ਤੇ ਲੈ ਕੇ ਗਿਆ ਸੀ ਨਾ ਉਹਨਾਂ ਨੂੰ ਤਿੱਬਤ, ਇਹਨੇ ਕਸ਼ਮੀਰ ਲੈ ਆਇਆ ਉਹਨਾਂ ਨੂੰ। ਨਹੀਂ ਔਰ ਕਹਿੰਦਾ ਕਿ ਜੀ ਕੁਰਾਨ ਦੀ ਮਿਰਜ਼ਾ ਸਾਹਿਬ ਐਵੀਡੈਂਸ ਕੇ ਪੇਸ਼ ਕਰ ਰਹੇ ਨੇ, ਮਿਰਜ਼ਾ ਸਾਹਿਬ ਐਵੀਡੈਂਸ ਪੇਸ਼ ਕਰ ਰਹੇ ਨੇ ਕਿ ਮੇਰਾ ਜਿਹੜਾ ਸ਼ਾਗਿਰਦ ਹੈ ਨਾ ਸ਼ੇਖ ਅਬਦੁੱਲਾ, ਉਹ ਗਿਆ ਹੈ ਕਸ਼ਮੀਰ ਔਰ ਉਹਨੇ ਜਾ ਕੇ ਕਸ਼ਮੀਰ ਦੇ ਲੋਕਾਂ ਨੂੰ ਪੁੱਛਿਆ, ਸ੍ਰੀਨਗਰ ਦੇ ਲੋਕਾਂ ਨੇ ਆਖਿਆ ਕਿ ਆਹੋ ਇਹ ਜਿਹੜੀ ਕਬਰ ਹੈ ਹਜ਼ਰਤ ਈਸਾ ਦੀ ਹੈ, ਇਹ ਐਵੀਡੈਂਸ ਹੈ। ਨਹੀਂ, ਜਿਸਲੇ ਅੰਗਰੇਜ਼ਾਂ ਦੀ ਹਕੂਮਤ ਸੀ ਉੱਥੇ, ਜੀ ਜਿਹੜੇ ਅੰਗਰੇਜ਼ ਸੀ ਕ੍ਰਿਸਚੀਅਨ ਜੀ, ਜੀਸਸ, ਉਹਨਾਂ ਨੇ ਤਾਂ ਕਿਹਾ ਝੂਠ ਬੋਲਦਾ ਨਾ, ਉਹਨਾਂ ਨੇ ਇਸੇ ਕਰਕੇ ਤੇ ਰਿਫਿਊਟ ਵਾਸਤੇ ਕਿਤਾਬਾਂ ਭੇਜਤੀਆਂ ਨਿੱਕੇ ਜੀ, ਇਹ ਜਿਹੜਾ ਮਿਰਜ਼ਾ ਗੱਲ ਕਰ ਰਿਹਾ ਹੈ ਇਹ ਬਿਲਕੁਲ ਝੂਠੀ ਗੱਲ ਹੈ, ਠੀਕ ਹੈ। ਉਹਨਾਂ ਨੇ ਆਪਣੀਆਂ ਕਿਤਾਬਾਂ ਆਲਰੇਡੀ ਛਾਪੀਆਂ ਹੋਈਆਂ ਸਨ ਕਿ ਜੀ ਜਿਹੜੀ ਇਹ ਨਿਕਲਸ ਡਿਟਵਿਚ ਦੀ ਥਿਊਰੀ ਹੈ ਗਲਤ ਹੈ। ਉਹਨਾਂ ਨੇ ਉਹ ਆਪਣੇ ਪਾਦਰੀਆਂ ਨੂੰ ਭੇਜਤੀਆਂ, ਉਹਨਾਂ ਨੇ ਮੂੰਹ ਦੇ ਉੱਤੇ ਅਬਦੁੱਲਾ ਆਥਮ ਨੇ ਖਲੋ ਕੇ ਕਿਹਾ ਤੂੰ ਝੂਠ ਬੋਲਣਾ, ਕਸ਼ਮੀਰ ਆਇਆ ਹੀ ਕੋਈ ਨਹੀਂ ਹਜ਼ਰਤ ਈਸਾ। ਨਹੀਂ, ਅਗਰ ਵੈਸੇ ਮੇਰੇ ਤੇ ਤੁਸਾਂ ਦੇ ਦਰਮਿਆਨ ਦੀ ਇਹ ਗੱਲ ਹੈ, ਮੈਂ ਆਪਣੇ ਜ਼ਿਹਨ ਮੁਤਾਬਕ ਜੀ ਕਿ ਅਗਰ ਕੋਈ ਐਵੀਡੈਂਸ ਮੌਜੂਦ ਹੁੰਦਾ ਜਾਂ ਕੋਈ ਗੱਲ ਹੁੰਦੀ ਤੇ ਆਪਣੇ ਦੌਰੇ ਹਕੂਮਤ ਵਿੱਚ ਅੰਗਰੇਜ਼ਾਂ ਤੇ ਉੱਥੇ ਕੁਛ ਨਾ ਕੁਛ ਬਣਾ ਦੇਣਾ ਸੀ, ਕੋਈ ਕ੍ਰਿਸਚੀਅਨ ਆਬਾਦੀ ਹੋ ਜਾਣੀ ਸੀ ਉੱਥੇ, ਕੋਈ 100 ਗੱਲ ਹੋ ਜਾਂਦੀ ਸੀ। ਉਹ ਮੇਰੇ ਭਾਈ ਕ੍ਰਿਸਚੀਅਨ ਤੇ ਇਸ ਚੀਜ਼ ਨੂੰ ਮੰਨਦੇ ਹੀ ਨਹੀਂ। ਉਹ ਕਿਉਂ ਮੰਨਦੇ? ਮਿਰਜ਼ਾ ਸਾਹਿਬ ਨੇ ਤੇ ਮਤਲਬ ਮੁਸਲਮਾਨਾਂ ਨੂੰ ਪਾਗਲ ਬਣਾਉਣ ਵਾਸਤੇ ਕੀਤਾ ਸੀ ਨਾ। ਲੇਕਿਨ ਜਦੋਂ ਕ੍ਰਿਸਚੀਅਨਸ ਨੂੰ ਪਤਾ ਲੱਗਾ ਨਾ ਕਿ ਮਿਰਜ਼ਾ ਸਾਹਿਬ ਕਹਿ ਕੀ ਰਹੇ ਨੇ, ਤੇ ਉਹਨਾਂ ਨੇ ਮਿਰਜ਼ਾ ਸਾਹਿਬ ਨੂੰ ਉਹਨਾਂ ਨੇ ਵੀ ਕਿਹਾ ਤੂੰ ਝੂਠ ਬੋਲਣਾ। ਇਹ ਤੇ ਸਾਡੇ ਬਜ਼ੁਰਗ ਆਲਰੇਡੀ ਇਸ ਚੀਜ਼ ਜਿਹਦੀ ਤੂੰ ਗੱਲ ਕਰਨਾ ਪਿਆ ਕਿ ਹਜ਼ਰਤ ਈਸਾ ਇੱਥੇ ਆਏ, ਇਹਦੇ ਉੱਤੇ ਤੇ ਸਾਡੇ ਵੱਡਿਆਂ ਨੇ ਹੁਣੇ ਕਿਤਾਬਾਂ ਲਿਖੀਆਂ, ਉਹਨਾਂ ਨੇ ਲਿਆ ਕੇ ਮਿਰਜ਼ਾ ਸਾਹਿਬ ਨੂੰ ਦੱਸਿਆ ਵੀ। ਬੇਸਲੈਸ ਕਲੇਮ ਹੈ ਨਾ, ਮੈਂ ਕਹਿ ਹਾਂ ਔਰ ਅੱਛਾ ਮਜ਼ੇ ਦੀ ਗੱਲ ਸੁਣੋ, ਜਿਹੜਾ ਉਹ ਬੰਦਾ ਹੈ ਨਾ ਜਿਹਦਾ ਸ਼ੇਖ ਅਬਦੁੱਲਾ, ਜਿਹਦਾ ਖਤ ਯੂਜ਼ ਕਰਕੇ ਮਿਰਜ਼ਾ ਸਾਹਿਬ ਨੇ ਹਜ਼ਰਤ ਈਸਾ ਦੀ ਕਬਰ ਦਰਿਆਫਤ ਕੀਤੀ ਹੈ, ਉਹ ਬੰਦੇ ਨੂੰ ਜਦੋਂ ਪਤਾ ਲੱਗਾ ਕਿ ਮਿਰਜ਼ਾ ਸਾਹਿਬ ਨੇ ਉਹਦੇ ਖਤ ਨੂੰ ਕਿੰਨਾ ਤਰੋੜ ਮੜੋੜ ਕੇ ਪੇਸ਼ ਕੀਤਾ, ਉਹ ਮਿਰਜ਼ਾ ਸਾਹਿਬ ਦੀ ਬੈਤ ਹੀ ਤੋੜ ਗਿਆ। ਉਹਨੇ ਕਿਹਾ ਮੇਰਾ ਮੁਰੀਦ ਹੀ ਝੂਠਾ ਹੈ, ਇਹ ਤੇ ਗੱਲ ਮੈਂ ਕੀਤੀ ਨਹੀਂ ਨਾ ਕਹੀ ਹੈ। ਸ਼ੇਖ ਅਬਦੁੱਲਾ ਨੇ ਇਹਨਾਂ ਦੀ ਜਮਾਤ ਵੀ ਛੱਡਤੀ
ਮਿਰਜ਼ਾ ਸਾਹਿਬ ਦੇ ਇਸ ਦਾਅਵੇ ਤੋਂ ਨਹੀਂ ਬਾਅਦ ਕਿ ਜੀ ਮਿਰਜ਼ਾ ਸਾਹਿਬ ਨੇ ਕਿੰਨਾ ਮੇਰਾ ਨਾਂ ਯੂਜ਼ ਕਰਕੇ ਝੂਠ ਇਸ ਬੋਲਿਆ, ਗੱਲ ਦਾ ਕੀ ਹਵਾਲਾ ਹੈ? ਇਸ ਗੱਲ ਦਾ ਕੀ ਇਹ ਵੀ ਹਵਾਲਾ ਤੁਹਾਨੂੰ ਜੀ? ਇਨਸ਼ਾਅੱਲਾ ਮੈਂ ਤੁਹਾਨੂੰ ਹੁਣੇ ਕੱਢ ਦੇਣਾ ਵਾਲਾ। ਇਹ ਸ਼ੇਖ ਨਹੀਂ ਅਬਦੁੱਲਾ ਨਹੀਂ ਨੇ, ਮੈਂ ਤੁਹਾਨੂੰ ਕੱਢ ਦੇਣਾ। ਸ਼ੇਖ ਅਬਦੁੱਲਾ ਦੀ ਇਨਫੋਰਮੇਸ਼ਨ ਇੱਕ ਕਿਤਾਬ ਦੇ ਵਿੱਚ ਹੈਗੀ ਹੈ, ਜਿੱਥੇ ਉਹਨੇ ਇਹ ਸਾਰੀ ਗੱਲ ਕਲੀਅਰ ਕੀਤੀ ਹੈ ਕਿ ਮੈਂ ਜਮਾਤ ਇਸ ਵਾਕਿਏ ਤੋਂ ਬਾਅਦ ਛੱਡੀ ਹੈ। ਮਿਰਜ਼ਾ ਸਾਹਿਬ ਦੀ ਬੈਤ ਜਿਹੜੀ ਮੈਂ ਤੋੜੀ ਹੈ ਨਾ, ਇਸ ਵਾਕਿਏ ਤੋਂ ਬਾਅਦ ਤੋੜੀ ਹੈ। ਉਹ ਮੈਂ ਤੁਹਾਨੂੰ ਵਾਲਾ ਇਨਸ਼ਾਅੱਲਾ ਇਹ ਨਹੀਂ ਉਹਦੀ ਵੀ ਇਹ ਵੀਡੀਓ। ਸ਼ੇਖ ਅਬਦੁੱਲਾ ਖੁਦ ਲਿਖਦਾ ਪਿਆ? ਸ਼ੇਖ ਅਬਦੁੱਲਾ ਨੇ ਖੁਦ ਲਿਖਿਆ ਹੈ, ਹਾਂਜੀ। ਨਹੀਂ ਲਿਖਿਆ ਸ਼ੇਖ ਅਬਦੁੱਲਾ ਨੇ ਨਹੀਂ, ਸ਼ੇਖ ਅਬਦੁੱਲਾ ਦਾ ਕਾਲ ਕਿਸੇ ਕਿਤਾਬ ਵਿੱਚ ਲਿਖਿਆ ਹੈ। ਮੈਂ ਤੁਹਾਨੂੰ ਨਾਂ ਕੱਢ ਕੇ ਦੇਣਾ, ਇੱਕ ਮਿੰਟ ਠਹਿਰੋ, ਇੱਕ ਮਿੰਟ ਠਹਿਰੋ। ਅੱਛਾ, ਮਤਲਬ ਹੈ ਕਿ ਨਹੀਂ ਨਹੀਂ ਠੀਕ ਹੈ, ਉਹ ਮੈਂ ਸਮਝ ਗਿਆ ਗੱਲ, ਠੀਕ ਹੈ। ਅੱਛਾ ਮੈਂ ਚਲੋ ਤੁਸੀਂ ਗੱਲ ਟੁਰਨ ਦਿਓ, ਮੈਂ ਤੁਹਾਨੂੰ ਵਾਲੇ ਜੀ ਸਾਰੇ ਜੀ ਕੱਢ ਜੀ ਕੇ ਲਾ ਦਿਆਂਗਾ ਉਹ ਜਿੱਥੇ ਬਾਅਦ ਦੀ ਸ਼ੇਖ ਗੱਲ ਹੈ, ਅਬਦੁੱਲਾ ਨੇ ਉਹ ਵਾਲਾ ਤੇ ਬਾਅਦ ਦੀ ਯਾਦ ਦੀ ਮੈਂ ਗੱਲ ਜਿਹੜੀ ਸਮਝ ਸ਼ੇਖ ਅਬਦੁੱਲਾ ਨੇ ਗੱਲ ਦੱਸੀ ਨਾ ਮਿਰਜ਼ਾ ਸਾਹਿਬ ਨੂੰ, ਮਿਰਜ਼ਾ ਸਾਹਿਬ ਨੇ ਉਸ ਤੇ ਬਰਅਕਸ ਆਪਣੇ ਕੋਲੋਂ ਝੂਠ ਮਿਲਾ ਕੇ ਚੀਜ਼ਾਂ ਦੱਸਤੀਆਂ। ਸ਼ੇਖ ਅਬਦੁੱਲਾ ਨੇ ਤਾਂ ਦੱਸਿਆ ਸੀ ਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਕਬਰ ਕਿਹਦੀ ਹੈ ਔਰ ਇਸ ਬੰਦੇ ਦਾ ਮਜ਼ਹਬ ਕੀ ਸੀ, ਲੇਕਿਨ ਮਿਰਜ਼ਾ ਸਾਹਿਬ ਨੇ ਕਿਹਾ ਜੀ ਸ਼ੇਖ ਅਬਦੁੱਲਾ ਤਹਿਕੀਕ ਕਰ ਆਇਆ ਹੈ, ਉੱਥੇ ਦੇ ਲੋਕੀ ਕਹਿੰਦੇ ਨੇ ਕਿ ਇਹ ਕਬਰ ਹਜ਼ਰਤ ਈਸਾ ਦੀ ਹੈ। ਮਤਲਬ ਉਹ ਤੇ ਕਹਿ ਰਹੇ ਨੇ ਸ਼ੇਖ ਅਬਦੁੱਲਾ ਨੇ ਤੇ ਆਖਿਆ ਸੀ ਇਹਦਾ ਮਜ਼ਹਬ ਹੀ ਨਹੀਂ ਪਤਾ, ਕਿ ਬੰਦਾ ਹੀ ਨਹੀਂ ਪਤਾ ਕੌਣ ਹੈ, ਤੇ ਉਹਨਾਂ ਨੇ ਕਿਹਾ ਜਨਾਬ ਇਹ ਹਜ਼ਰਤ ਈਸਾ ਦੀ। ਮਤਲਬ ਇਹ ਗੱਲ ਤਾਂ ਹਜ਼ਰਤ ਈਸਾ ਅਲੈਹਿਸਲਾਮ ਦੀ ਕਬਰ ਤੱਕ ਆ ਗਈ, ਅਸੀਂ ਪਹੁੰਚਾਤੀ। ਮੈਂ ਇਹ ਸਾਡਾ ਜਿਹੜਾ ਬੁਨਿਆਦੀ ਸਵਾਲ ਸੀ ਉਹ ਇਹ ਸੀ ਕਿ ਮਿਰਜ਼ਾ ਸਾਹਿਬ ਕਹਿੰਦੇ ਮੈਨੂੰ ਇਲਹਾਮ ਹੋਇਆ ਕਿ ਹਜ਼ਰਤ ਈਸਾ ਅਲੈਹਿਸਲਾਮ ਹਾਂ ਇਹ ਝੂਠ ਬੋਲਿਆ ਨਾ ਉਹਨਾਂ ਨੇ, ਨਹੀਂ ਮੈਂ ਝੂਠ ਇਹ ਬੋਲਿਆ। ਇਲਹਾਮਾਤ ਕਿਹੜਾ ਇਲਹਾਮ ਮਿਰਜ਼ਾ ਸਾਹਿਬ ਦਾ ਸਹੀ ਸਾਬਤ ਹੋਇਆ? ਇੱਕ ਵੀ ਨਹੀਂ। ਮਿਰਜ਼ਾ ਸਾਹਿਬ ਦੇ 1472 ਕੇ ਕਿਤਨੀ ਕਿਤਨੇ ਇਲਾਮਾਤ ਮੈਂ ਪੜ੍ਹੇ ਸਨ, ਔਰ ਸੂਰਹ ਇਨਾਮ ਦੇ ਵਿੱਚ ਲਿਖਿਆ ਹੋਇਆ ਹੈ, ਆਇਤ ਨੰਬਰ 93 ਹੈ, ਜੇ ਕਿਸੇ ਨੂੰ ਖੋਲਣ ਦਾ ਇਤਫਾਕ ਹੋਵੇ, ਕਿ ਕੁਝ ਲੋਕ ਐਸੇ ਹੋਣਗੇ, ਮਫਹੂਮ ਬਿਆਨ ਕਰ ਰਹੇ ਐਗਜ਼ੈਕਟ ਅਲਫਾਜ਼ ਨਹੀਂ ਗਏ, ਕੁਝ ਲੋਕ ਐਸੇ ਹੋਣਗੇ ਜਿਹੜੇ ਅੱਲਾ ਦੀ ਨਿਸਬਤ ਝੂਠ ਬੰਨਣਗੇ ਕਿ ਬਈ ਸਾਡੇ ਉੱਤੇ ਵਹੀ ਹੋਈ ਹੈ, ਹਾਲਾਂਕਿ ਉਹਨਾਂ ਦੇ ਉੱਤੇ ਵਹੀ ਨਹੀਂ ਹੋਈ ਹੋਏਗੀ। ਉਹ ਆਪਣੀ ਗੱਲ ਨੂੰ ਵਹੀ ਕਹਿ ਕੇ ਪੇਸ਼ ਕਰਨਗੇ, ਔਰ ਉਹ ਲੋਕ ਇਹ ਵੀ ਕਹਿਣਗੇ ਕਿ ਇਹ ਜਿਹੜੀ ਸਾਡੀ ਵਹੀ ਹੈ ਬਿਲਕੁਲ ਉਸੇ ਤਰ੍ਹਾਂ ਦੀ ਵਹੀ ਹੈ ਜਿਹੜੀ ਪਹਿਲੀ ਵਹੀਆਂ ਹੁੰਦੀਆਂ ਰਹੀਆਂ, ਪਹਿਲੀਆਂ ਇਲਾਮੀ ਕਿਤਾਬਾਂ ਆਉਂਦੀਆਂ ਰਹੀਆਂ, ਉਸੇ ਤਰ੍ਹਾਂ ਦੀ ਚੀਜ਼ ਹੈ। ਠੀਕ ਹੈ, ਔਰ ਤੁਸੀਂ ਲੋਕੀ ਇਸ ਗੱਲ ਦੇ ਵਿੱਚ ਸ਼ੱਕ ਨਾ ਕਰਨਾ ਔਰ ਇਹਨਾਂ ਨੂੰ ਫੋਲੋ ਨਾ ਕਰਨਾ। ਹੱਕ ਦਾ ਰਸਤਾ ਜਿਹੜਾ ਨਾ ਇਹ ਉਸ ਤੋਂ ਹਟੇ ਨੇ ਇਹ ਲੋਕ, ਠੀਕ ਹੈ, ਉਹਨਾਂ ਦੀ ਪਛਾਣੀ ਦੱਸੀ ਹੈ। ਫਿਰ ਸੂਰਹ ਇਨਾਮ ਦੇ ਵਿੱਚ ਹੀ ਅੱਗੇ ਜਾ ਕੇ ਅੱਲਾਹ ਸੁਬਹਾਨਹੁ ਤਆਲਾ 121 ਨੰਬਰ ਆਇਤ ਦੇ ਵਿੱਚ ਦੱਸਦਾ ਹੈ ਕਿ ਸ਼ੈਤਾਨ ਜਿਹੜੇ ਨੇ ਨਾ, ਸ਼ੈਤਾਨ ਉਹ ਵਹੀਆਂ ਕਰਦੇ ਨੇ, ਉਹ ਇਲਾਮ ਕਰਦੇ ਨੇ ਆਪਣੇ ਔਲੀਆ, ਆਪਣੇ ਦੋਸਤਾਂ ਨਾਲ, ਜਿਨ੍ਹਾਂ ਨੂੰ ਉਹਨਾਂ ਨੇ ਯੂਜ਼ ਕਰਨਾ ਹੁੰਦਾ ਨਾ ਆਪਣੀ ਸ਼ੈਤਾਨੀਅਤ ਫੈਲਾਉਣ ਵਾਸਤੇ, ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਉਹਨਾਂ ਨੂੰ ਵਹੀਆਂ ਹੁੰਦੀਆਂ, ਉਹਨਾਂ ਨੂੰ ਇਲਾਮ ਹੁੰਦੇ ਨੇ। ਤੇ ਮੇਰਾ ਤੇ ਆਪਣਾ ਪੱਕਾ ਯਕੀਨ ਹੈਗਾ ਰਾਜਾ ਜਵੇਦ ਸਾਹਿਬ ਕਿ ਮਿਰਜ਼ਾ ਸਾਹਿਬ ਕਿਉਂਕਿ ਗੰਦੇ ਗਲੀਜ਼ ਆਦਮੀ ਸਨ ਔਰ ਤਿਆਰਤ ਸ਼ਿਆਰਤ ਇਸ ਚੀਜ਼ ਦਾ ਉਹਨਾਂ ਦਾ ਕੋਈ ਤਰੀਕਾ ਨਹੀਂ ਸੀ, ਪਿਸ਼ਾਬ ਉਹਨਾਂ ਦਾ ਵਗੀ ਜਾਂਦਾ ਸੀ, ਟੱਟੀ ਬਵਾਸੀਰ ਇਸ ਤਰ੍ਹਾਂ ਦੀਆਂ ਗੰਦੀਆਂ ਬਿਮਾਰੀਆਂ ਉਹਨਾਂ ਨੂੰ ਨਿਕਲਦੀਆਂ ਸਨ, ਜ਼ਬਾਨ ਉਹਨਾਂ ਦੀ ਗਲੀਜ਼, ਲੋਕਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ, ਚੋਰੀ ਦਾ ਉਹ ਸ਼ੌਕੀਨ, ਆਪਣੀ ਮਤਲਬ 23-24 ਸਾਲ ਦੀ ਉਮਰ 'ਚ ਚੋਰ ਬਣ ਗਏ, 1864 ਦੀ ਉਮਰ 'ਚ ਸ਼ੇਰ 'ਚ ਸਾਰੇ ਕਾਦੀਆਨ ਦੀ ਪੈਨਸ਼ਨ ਚੋਰੀ ਕਰਕੇ ਲੈ ਗਏ। ਇਹਨਾਂ ਸਾਰੀਆਂ ਚੀਜ਼ਾਂ ਦੀ ਵਜ੍ਹਾ ਤੋਂ ਨਾ ਮੈਨੂੰ ਲੱਗਦਾ ਮਿਰਜ਼ਾ ਸਾਹਿਬ ਨਾਲ ਇੱਕ ਸ਼ੈਤਾਨ ਦਾ ਤਾਲੁਕ ਸੀ, ਔਰ ਉਹਦੀ ਬੜੀ ਵੱਡੀ ਦਲੀਲ ਮੈਂ ਤੁਹਾਨੂੰ ਦਾਂਗਾ। ਜਿਹੜਾ ਮਿਰਜ਼ਾ ਸਾਹਿਬ ਨੇ ਲਿਖਿਆ ਹੈ ਨਾ ਆਪਣਾ ਨਿਆਨੀ ਤਾਲੁਕ, ਕਿ ਮੇਰੇ और मेरे रब के दरमियान में एक निहानी ताल्लुक है जो काबिल बयान नहीं और बहुत राज की बातें हैं। ये जड़ियां चीज़ां ने ना, जड़ियां ये मिर्ज़ा साहब ਨੂੰ कोई शैतान हैगा सी, जलाश ਜਿਹਦਾ मिर्ज़ा साहब ने ਨਾਂ ਦੱਸਿਆ ਹੈ ਕਿ ਜੀ जलाश, ਉਹ जलाश बेसिकली अल्लाह सुबहाना ताला ਦੇ ਇਲਾਮ ਨਹੀਂ ਸਨ ਹੈਗੇ, ਉਹ जलाश शैतान हैगा ਸੀ, ਜਿਹੜਾ ਮਿਰਜ਼ਾ ਸਾਹਿਬ ਨੂੰ ਕਹਿ ਰਿਹਾ ਸੀ ਕਿ ਜੀ ਮੈਂ ਤੇਰੇ ਉੱਤੇ ਇਲਾਮ ਕਰ ਰਿਹਾ ਤੇ ਇਹ ਕਹੀ ਜਾ ਤੇ ਇਹ ਕਰੀ ਜਾ। ਨਾਲ ਮਿਰਜ਼ਾ ਸਾਹਿਬ ਨੂੰ ਮਿਲੇ ਸਨ ਨੂਰਦੀਨ ਵਰਗੇ 2 ਨੰਬਰ ਐਕਸਪਰਟ ਮੌਲਵੀ, ਜਿਹੜੇ ਕਿਸੇ ਵੀ ਚੀਜ਼ ਨੂੰ ਕੁਝ ਵੀ ਕਹਿ ਕੇ ਹਦੀਸ ਦੇ ਉੱਤੇ ਵੀ ਝੂਠ ਬੋਲ ਕੇ ਝੂਠੀ ਤਵੀਲ ਕਰ ਦੇਣ, ਆਇਤ ਦੇ ਉੱਤੇ ਵੀ ਝੂਠ ਬੋਲ ਕੇ ਝੂਠੀ ਤਵੀਲ ਕਰ ਦੇਣ। ਔਰ ਮਿਲੇ ਸਨ ਬੇਵਕੂਫ ਮੁਰੀਦ ਅਬਦੁਲ ਲਤੀਫ ਵਰਗੇ ਔਰ ਇਸ ਤਰ੍ਹਾਂ ਦੇ ਕਿ ਜਿਹੜਾ ਵੀ ਉਹ ਮਿਰਜ਼ਾ ਸਾਹਿਬ ਝੂਠ ਬੋਲ ਰਹੇ ਨੇ ਉਹਦੇ ਉੱਤੇ ਸਦਕ ਨਾ ਆਮਨਾ ਬਗੈਰ ਕੋਈ ਸੋਚੇ ਸਮਝੇ ਮੰਨੀ ਗਏ। ਇਹ ਹੈਗਾ ਸੀ ਮਿਰਜ਼ਾ ਸਾਹਿਬ ਦਾ ਇਲਾਮ ਕਿ ਜੀ ਮਿਰਜ਼ਾ ਸਾਹਿਬ ਝੂਠੋ ਝੂਠ 44 ਕੁਛ ਆਪਣੇ ਦਿਮਾਗ ਦੀਆਂ ਗੱਲਾਂ, ਕੁਝ ਇੱਕ ਤੇ ਕਾਫੀ ਚੀਜ਼ਾਂ ਝੂਠ ਵੀ ਗਈਆਂ ਜਿਹਦੇ 'ਚ ਸਾਫ਼ ਪਤਾ ਲੱਗਦਾ ਹੈ ਕਿ ਝੂਠ ਹੈਗੀਆਂ ਕਿਉਂਕਿ ਉਹ ਖਿਲਾਫੇ ਸ਼ਰੀਅਤ ਹੈਗੀਆਂ, ਔਰ ਕਈ ਐਸੀਆਂ ਹੈਗੀਆਂ ਜਿਹੜਾ ਬੰਦੇ ਨੂੰ ਲੱਗਦਾ ਹੈ ਕਿ ਇਹ ਮਿਰਜ਼ੇ ਨੇ ਜਾਂ ਤੇ ਕੋਈ ਬੇਈਮਾਨੀ ਕੀਤੀ ਹੈ, ਔਰ ਕਈ ਚੀਜ਼ਾਂ ਐਸੀਆਂ ਨੇ ਜਿਹੜਾ ਮਿਰਜ਼ੇ ਨੇ ਆਪ ਲਿਖਿਆ ਕਿ ਮੈਨੂੰ ਸਮਝ ਵੀ ਨਹੀਂ ਆਉਂਦੀ ਸੀ ਕਿ ਹੋ ਕੀ ਰਿਹਾ, ਕਹਿ ਕੀ ਰਿਹਾ। ਮਿਸਾਲ ਦੇ ਤੌਰ ਤੇ ਮਿਰਜ਼ੇ ਨੇ ਅਕਸਰ ਜਗ੍ਹਾ ਤੇ ਕਿਹਾ ਨਾ ਕਿ ਮੈਨੂੰ ਬਾਰਿਸ਼ ਦੀ ਤਰ੍ਹਾਂ ਕਸਰਤ ਨਾਲ
वही होती रही 27 साल, लेकिन मैनू नहीं समझ आई कि हजरत ईसा फौत हो गए ने। हाँ, निकोलस निटविच ने किताब लिखी ਤੇ ਫਿਰ ਮਿਰਜ਼ਾ ਸਾਹਿਬ ਨੂੰ ਫਟਾਫਟ ਐਲਾਨ ਹੋ ਗਿਆ ਕਿ ਬਈ ਮੰਨ ਜਾ, ਤੇ ਮਿਰਜ਼ਾ ਸਾਹਿਬ ਮੰਨ ਗਏ। ਹਿਸਾਬ ਲਾਓ। ਇਹਦੇ ਉੱਤੇ ਤੁਸੀਂ ਰਿਸਰਚ ਕਰਨਾ ਜ਼ਰਾ ਰਾਜਵੀਰ ਸਾਹਿਬ। ਨਿਕਲਸ ਨਿਟਵਿਚ ਲਿਖਣਾ ਗੂਗਲ ਦੇ ਵਿੱਚ ਜਾ ਕੇ, ਉਹਦੀ ਤੁਹਾਨੂੰ ਬਾਇਓਗ੍ਰਾਫੀ ਵੀ ਲੱਭ ਜਾਏਗੀ, ਉਹਦੇ ਨਾਲ ਉਹਨੇ ਜਿਹੜੀ ਕਿਤਾਬ ਲਿਖੀ ਹੈ ਉਹਦਾ ਲਿੰਕ ਵੀ ਲੱਭ ਜਾਏਗਾ। ਉਹ ਕਿਤਾਬ ਡਾਊਨਲੋਡ ਕਰਨਾ, ਔਰ ਉਸ ਕਿਤਾਬ ਦੇ ਰਿਫਿਊਟ ਦੇ ਵਿੱਚ ਤੁਹਾਨੂੰ ਥੱਲੇ ਮਿਲ ਜਾਏਗਾ ਹੋਰ ਇਨਫੋਰਮੇਸ਼ਨ ਕਿ ਜੀ ਇਹਦੇ ਰਿਫਿਊਟ ਦੇ ਵਿੱਚ ਕਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਸਨ, ਔਰ ਇਹਨਾਂ ਦੀ ਟਾਈਮਲਾਈਨ ਦੇਖਣਾ, ਔਰ ਮਿਰਜ਼ਾ ਸਾਹਿਬ ਦੇ ਸੋ ਕਾਲਡ ਇਲਾਮ ਦੀ ਟਾਈਮਲਾਈਨ ਦੇਖਣਾ ਕਿ ਜੀ ਹਜ਼ਰਤ ਈਸਾ ਫੌਤ ਹੋ ਗਏ ਨੇ। ਔਰ ਅਗਰ ਜੇ ਫੌਤ ਹੋ ਗਏ ਨੇ ਤੈਨੂੰ ਇਲਾਮ ਹੋਇਆ, ਤੇ ਕਬਰ ਦਾ ਇਲਾਮ ਕਿਉਂ ਨਹੀਂ ਤੈਨੂੰ ਹੋਇਆ? 4 ਜਗ੍ਹਾ ਤੂੰ ਕਬਰਾਂ ਦਸੀਆਂ, ਉਹ ਚਾਰੇ ਹੀ ਗਲਤ ਨਿਕਲੀਆਂ। ਫੇਰ ਤੇਰੇ ਸ਼ਾਗਿਰਦ ਨੇ ਜਾ ਕੇ ਲੱਭ ਲਈ। ਹਿਸਾਬ ਲਾਓ ਨਾ ਜ਼ਰਾ ਤੁਸੀਂ ਰਾਜਵੀਰ ਸਾਹਿਬ। ਇਲਾਮ ਇਹਨੂੰ ਹੋ ਰਿਹਾ ਕਿ ਹਜ਼ਰਤ ਈਸਾ ਵਫਾਤ ਪਾ ਚੁੱਕੇ ਨੇ, ਅਸਮਾਨਾਂ ਤੇ ਨਹੀਂ ਨੇ, ਠੀਕ ਹੈ। ਔਰ ਜਿਹੜੀਆਂ 4 ਜਗ੍ਹਾ ਆਪਣੀ ਤੂੰ ਕਬਰਾਂ ਲਿਖ ਬੈਠਾ ਹੈ, ਉਹ ਚਾਰੇ ਦੀਆਂ ਚਾਰੀਆਂ ਗਲਤ ਨਿਕਲੀਆਂ। ਉਹਦੀ ਐਂਡ ਤੇਰਾ ਸ਼ਾਗਿਰਦ ਜਾ ਕੇ ਕਬਰ ਲੱਭ ਰਿਹਾ, ਤੇ ਤੈਨੂੰ ਇਲਾਮ ਪਹਿਲੇ ਕੀ ਨਹੀਂ ਹੋਇਆ? ਨਹੀਂ, ਜਿਹੜੀਆਂ 4 ਕਬਰਾਂ ਲਿਖੀਆਂ ਗਈਆਂ ਨਾ, ਇਹਨਾਂ ਦੀ ਟਾਈਮ ਲਾਈਨ ਕੀ ਹੈ? ਟਾਈਮਲਾਈਨ ਮੈਂ ਤੁਹਾਨੂੰ ਦੱਸਦਾ, ਠਹਿਰ ਜਾਓ। ਇਹ ਵੀ ਉੱਥੇ ਮੈਂ ਲਿਖੀ ਹੈ, ਆਪਣੀ ਪ੍ਰੋਫਾਈਲ ਦੇ ਉੱਤੇ ਚੜਾਈ ਹੈ। ਇਹ ਇਹਨਾਂ ਦੀ ਟਾਈਮਲਾਈਨ ਜਿਹੜੀ ਹੈ ਨਾ, ਤੁਹਾਨੂੰ ਕੱਢਣੀ ਪੈਣੀ ਹੈ ਉਹਦੇ ਨਾਲ ਕਿਤਾਬਾਂ ਦੇ ਤਰਤੀਬ ਦੇ ਨਾਲ। ਮਿਸਾਲ ਦੇ ਤੌਰ ਤੇ ਸਭ ਤੋਂ ਪਹਿਲੇ ਰੂਹਾਨੀ ਖਜ਼ਾਇਨ ਦੀ ਜਿਲਦ ਨੰਬਰ 3 ਦੇ ਵਿੱਚ ਅਜ਼ਾਲਾ ਉਹਾਮ ਦੇ ਵਿੱਚ ਮਿਰਜ਼ਾ ਸਾਹਿਬ ਨੇ ਉਹਨਾਂ ਦੀ ਸਫਾ ਨੰਬਰ 353 ਦੇ ਵਿੱਚ ਕਬਰ ਦੱਸੀ ਹੋਈ ਹੈ ਕਿ ਗੈਲਾਲਾਈ ਦੇ ਵਿੱਚ ਹੈਗੀ ਹੈ। ਇਜ਼ਾਲਾ ਉਹਾਮ ਇਹਨਾਂ ਨੇ 87 ਦੇ ਵਿੱਚ 88 ਦੇ ਵਿੱਚ ਛਾਪਣੀ ਸ਼ੁਰੂ ਕੀਤੀ ਹੈ, ਤੇ ਇਹ ਕਿਸ਼ਤਾਂ ਦੇ ਵਿੱਚ ਛਪੀ ਹੈ, ਰਿਸਾਲਿਆਂ ਦੇ ਵਿੱਚ ਹਰ 14 ਦਿਨ ਬਾਅਦ ਇੱਕ ਸਫਾ ਛਾਪਤਾ, ਹਰ 14 ਦਿਨ ਬਾਅਦ ਇੱਕ ਸਫਾ ਛਾਪਤਾ। ਇਸ ਕਰਕੇ ਐਗਜ਼ੈਕਟ ਇਹਦਾ ਤਾਇਨ ਕਰਨਾ ਕਿ ਇਹ ਤਹਿਰੀਰ ਕਦੋਂ ਦੀ ਹੈ, ਇਹ ਤੇ ਮੁਸ਼ਕਿਲ ਹੈ। ਲੇਕਿਨ ਜਿਹੜੀ ਉਹਨਾਂ ਦੀ ਲਿਸਟ ਹੀ ਨਾ ਕਿ ਜੀ ਇਹ ਫਲਾਣੀ ਕਿਤਾਬ ਕਦੋਂ ਛਾਪੀ, ਫਲਾਣੀ ਕਿਤਾਬ ਕਦੋਂ ਛਾਪੀ, ਉਹਨਾਂ ਕਿਤਾਬਾਂ ਦੇ ਵਿੱਚ ਸਭ ਤੋਂ ਪਹਿਲੀ ਕਬਰ ਜਿਹੜੀ ਹੈ ਜ਼ਾਲਾ ਉਹਾਮ ਦੇ ਵਿੱਚ ਦੱਸੀ ਹੈ। ਫਿਰ ਉਸ ਤੋਂ ਬਾਅਦ ਦੂਸਰੀ ਕਬਰ ਜਿਹੜੀ ਇਹਨਾਂ ਨੇ ਆਪਣੀ ਕਿਤਾਬ ਅਲ-ਹਿਜਾ ਦੇ ਵਿੱਚ ਲਿਖੀ ਹੈ। ਰੂਹਾਨੀ ਖਜ਼ਾਇਨ ਦੀ ਜਿਲਦ ਨੰਬਰ 8 ਹੈ, ਸਫਾ ਨੰਬਰ 292 ਵੇ, ਠੀਕ ਹੈ। ਇਹਦੀ ਵੀ ਹੁਣ ਦਿਬਾਚੇ ਦੇ ਵਿੱਚੋਂ ਜਾ ਕੇ ਦੇਖਣਾ ਪਏਗਾ, ਲੇਕਿਨ ਇਹ ਵੀ ਤਕਰੀਬਨ 89 ਦਾ ਬੰਦਾ ਰੂਹਾਨੀ ਖਜ਼ਾਇਨ ਦੀ ਜਿਲਦ 8 ਦਾ। ਅੱਛਾ, ਉਸ ਤੋਂ ਬਾਅਦ ਅਗਲੀ ਜਿਹੜੀ ਕਬਰ ਦੱਸੀ ਹੈ ਤੀਸਰੇ ਨੰਬਰ ਵਾਲੀ, ਉਹ ਫਿਰ ਰੂਹਾਨੀ ਖਜ਼ਾਇਨ ਇਸੇ ਕਿਤਾਬ ਦੇ ਵਿੱਚ ਉਸੇ ਟਾਈਮ ਦੇ ਵਿੱਚ ਪਿੱਛੇ ਦੱਸ ਆਏ ਹੋਏ ਨੇ ਕਿ ਤਰਾਬਲਸ ਦੇ ਵਿੱਚ, ਇੱਥੇ ਫਿਰ ਆ ਕੇ ਹੁਣ ਜਰੂਸਲਮ ਦੇ ਵਿੱਚ ਬਣਾਤੀ ਹੈ ਇਹਨਾਂ ਨੇ ਕਬਰ। ਫਿਰ ਉਸ ਤੋਂ ਬਾਅਦ ਇਹਨਾਂ ਨੇ ਹੋਰ ਕੋਈ ਕਬਰ ਨਹੀਂ ਦੱਸੀ, ਹੱਤਾ ਕਿ ਫਿਰ ਸ਼ੇਖ ਅਬਦੁੱਲਾ ਜਾ ਕੇ ਗਿਆ ਔਰ ਉੱਥੇ ਜਾ ਕੇ ਉਹਨੇ ਦੱਸਿਆ ਕਿ ਹਾਂ ਬਈ ਕੋਈ ਕਬਰ ਹੈਗੀ ਹੈ ਜਿਹਦਾ ਜਿਹੜਾ ਰੁੱਖ ਹੈਗਾ ਉਹ ਯਰੂਸ਼ਲਮ ਵਾਲੇ ਪਾਸੇ ਵੇ। ਲੇਕਿਨ ਇਸ ਬੰਦੇ ਦਾ ਮਜ਼ਹਬ ਕੀ ਸੀ ਇਹ ਨਾ ਲੋਕਾਂ ਨੂੰ ਪਤਾ ਹੈ। ਇਸ ਬੰਦਾ ਯੂਸਫ ਆਜ਼ਾ ਇਹਦਾ ਨਾਂ ਦੱਸਦੇ ਨੇ, ਇਹਦੀ ਹੋਰ ਵੀ ਕਿਸੇ ਚੀਜ਼ ਦਾ ਕੁਝ ਪਤਾ ਨਹੀਂ, ਲੇਕਿਨ ਇਹ ਬਸ ਹੈਗਾ ਕਿ ਕਿਸੇ ਬਾਦਸ਼ਾਹ ਦਾ ਪੁੱਤਰ ਸੀ ਤੇ ਨੇਕ ਹੈਗਾ ਸੀ, ਤੇ ਇਹਨੂੰ ਦੁਨੀਆ ਨਾਲ ਰਗਬਤ ਨਹੀਂ ਸੀਗੀ। ਬਸ ਇਹਨਾਂ ਉਹਨੇ ਲਿਖਿਆ ਖਾਤੇ ਵਿੱਚ। ਬਾਕੀ ਮਿਰਜ਼ਾ ਸਾਹਿਬ ਨੇ ਸਭ ਝੂਠੋ ਝੂਠ ਚੁਤਾਲੀ ਆਪਣੇ ਕੋਲੋਂ ਪਾ ਕੇ ਲਾਤਾ ਹੈ। ਫਿਰ ਚੌਥੀ ਕਬਰ ਆਖਰ ਦੇ ਵਿੱਚ ਆ ਕੇ ਰੂਹਾਨੀ ਖਜ਼ਾਇਨ ਜਿਲਦ 18 ਕਿਤਾਬ ਦਫਾ ਬਿੱਲਾ ਦੇ ਵਿੱਚ 235 ਦੇ ਉੱਤੇ ਦੱਸੀ ਹੈ। ਇਹ ਹੁਣ ਬਣ ਜਾਂਦਾ ਤਕਰੀਬਨ 92 ਦਾ ਜ਼ਮਾਨਾ, 93 ਦਾ ਜ਼ਮਾਨਾ ਬਣ ਗਿਆ ਹੈ, ਜਾਂ ਬਲਕਿ 92 93 ਵੀ ਨਹੀਂ, ਇਹ 1901 ਦੇ ਕੋਲ ਦਾ ਜ਼ਮਾਨਾ ਬਣ ਜਾਏਗਾ ਜਿਹੜੀ ਰੂਹਾਨੀ ਖਜ਼ਾਇਨ ਹੈ, ਕਿਉਂਕਿ ਇਹਦੇ ਬਾਅਦ ਇਹਨਾਂ ਨੇ ਲਿਖੀ ਹੈ ਤੋਹਫਾ ਗੋਲੜੀਆ, ਔਰ ਤੋਹਫਾ ਗੋਲੜੀਆ ਇਹਨਾਂ ਨੇ ਲਿਖੀ ਹੈ 1901 ਦੇ ਵਿੱਚ। ਤੇ ਦਫਾ ਬਿੱਲਾ ਰਾਜਾ ਜੁਵੇ ਸਾਹਿਬ ਹੈ ਤਕਰੀਬਨ ਸ੍ਰੀਨਗਰ ਵਾਲੀ ਜਿਹੜੀ ਕਬਰ ਇਹਨਾਂ ਨੇ ਲਿਖੀ ਹੈ ਨਾ, ਇਹ ਤਕਰੀਬਨ 1899 ਬਣਦੀ ਜੇ ਤਕਰੀਬਨ ਸਰ। ਨਹੀਂ ਇਹ ਇਹਨਾਂ ਚ ਕੋਈ ਕਬਰ ਇਲਾਮਨ ਵੀ ਹੈ ਵੇ ਜਾਂ ਸਾਰੇ ਤਹਿਕੀਕਾਤ ਅਪਰੀਏ? ਇਹਦੇ ਵਿੱਚੋਂ ਜਿਹੜੀ ਤਹਿਕੀਕਾਤ ਵਾਲੀ ਹੈ ਉਹ ਤੇ ਜੋ ਸ਼ਖਸ कश्मीर श्रीनगर मोहल्ला यार खान में मदमून है उसको नाक आसमान पे बिठाया गया, ये उन्होंने लिखिया है, ये उन्होंने अपनी किताब ਦੇ ਵਿੱਚ ਲਿਖਿਆ ਹੈ, ਇੱਕ ਇਲਾਮ ਦੀ ਬੇਸ ਦੇ ਉੱਤੇ ਨਹੀਂ, ਤਹਿਕੀਕ ਦੀ ਬੇਸ ਦੇ ਉੱਤੇ। ਮਤਲਬ ਹੈ ਕਿ he was being economical with the truth। ਉਹ ਇਲਾਮੀ ਸਨ, ਜਿਹੜੀਆਂ ਉਹ ਇਲਾਮੀ ਸਨ, ਜਿਹੜੀਆਂ ਉਹ 3 ਉਹ ਤੇ ਗਲਤ ਸਾਬਤ ਹੋ ਗਈਆਂ ਨਾ। ਮਤਲਬ ਪਹਿਲੇ ਉਹਨਾਂ ਨੂੰ ਇਲਾਮੀ ਕਿਸੇ ਕੇ ਗਲਾ ਲਾਈ ਦੇ ਵਿੱਚ ਜਿਹੜੀ ਉਹ ਇਲਾਮੀ ਸਨ,
ਉੱਥੇ ਨਹੀਂ ਨਿਕਲੀ। ਹਾਂ ਉਹ ਇਲਾਮੀ ਸੀ। ਫਿਰ ਤਰਾਬਲਸ ਲਿਬੀਆ ਦੇ ਵਿੱਚ ਉਹ ਵੀ ਅੱਛਾ, ਨਹੀਂ ਨਿਕਲੀ, ਉਹ ਵੀ ਇਲਾਮੀ ਇਲਜ਼ਾਮ ਗਲਤ ਗਲਤ ਹੋਏ। ਸਾਬਤ ਹੋ ਗਿਆ ਤੇ ਤਹਿਕੀਕਾਤ ਹੈ ਜਿਹੜੀ ਉਹ ਠੀਕ ਸਾਬਤ ਹੋ ਗਈ। ਹੋਰ ਮੈਂ ਕੀ ਕਹਿ ਰਿਹਾ ਸਰ, ਸ਼ੁਰੂ ਤੋਂ ਮੈਂ ਕੀ ਰੋਣਾ ਪਿਆ ਕਿ ਜੇ ਤੈਨੂੰ ਇਲਹਾਮ ਨਾਲ ਅੱਲਾ ਨੇ ਦੱਸ ਦਿੱਤਾ ਹੈ, ਜਾਂ ਅੱਲਾ ਨਹੀਂ ਕਹਿਣਾ ਚਾਹੀਦਾ, ਜੇ ਤੈਨੂੰ ਇਲਹਾਮ ਨਾਲ ਯਲਾਸ਼ ਨੇ ਦੱਸ ਦਿੱਤਾ ਹੈ ਕਿ ਹਜ਼ਰਤ ਈਸਾ ਨਾਉਜ਼ੁਬਿल्ला ਫੌਤ ਹੋ ਗਏ ਨੇ ਔਰ ਉਹਨਾਂ ਦੀ ਕਬਰ ਇੱਥੇ ਵੇ, ਫਿਰ ਥੋੜੀ ਦੇਰ ਬਾਅਦ ਇੱਥੇ ਵੇ, ਫਿਰ ਥੋੜੀ ਦੇਰ ਬਾਅਦ ਇੱਥੇ ਵੇ, ਹੈ ਤੇ ਸਹੀ ਕਬਰ ਹੀ ਕਿਉਂ ਨਹੀਂ ਦੱਸਦੀ ਕਿ ਸ੍ਰੀਨਗਰ ਤੇਰੇ ਕੋਲ ਹੈ? ਇੰਨੀ ਦੇਰ ਇੰਤਜ਼ਾਰ ਕਿਉਂ ਕਰਾਇਆ? ਹੂੰ ਔਰ ਇੰਤਜ਼ਾਰ ਵੀ ਤਹਿਕੀਕ ਤੋਂ ਬਾਅਦ ਤੈਨੂੰ ਪਤਾ ਲੱਗਦਾ ਪਿਆ। ਹੂੰ ਓਏ ਹੋਏ ਹੋਏ। ਝੂਠੋ ਝੂਠ 44, ਤੁਹਾਨੂੰ ਕਿਹਾ ਨਾ ਰਾਏ ਸਾਹਿਬ, ਝੂਠੋ ਝੂਠ 44 ਜਿੰਨਾ ਮਿਰਜ਼ਾ ਸਾਹਿਬ ਨੂੰ, ਇਸੇ ਕਰਕੇ ਤੇ ਲੋਕ ਇਹਨਾਂ ਨੂੰ ਮੁਫਤਰੀ ਔਰ ਕਜ਼ਾਬ ਕਹਿੰਦੇ ਸਨ ਇਹਨਾਂ ਦੀ ਲਾਈਫ ਦੇ ਵਿੱਚ। ਹੋਰ ਕਿਸ ਵਾਸਤੇ ਇਹਨਾਂ ਨੂੰ ਇੰਨੀਆਂ ਸਲਾਵਾਤਾਂ ਟਾਈਟਲ ਮਿਲਦੇ ਸਨ? ਹੂੰ ਮੇਰਾ ਜ਼ਾਤੀ ਅਸੈਸਮੈਂਟ ਪਤਾ ਕੀ ਹੈ ਫੈਸਲ ਭਾਈ? ਮੇਰਾ ਜ਼ਾਤੀ ਅਸੈਸਮੈਂਟ ਇਹ ਹੈ ਕਿ ਮਿਰਜ਼ਾ ਸਾਹਿਬ ਜ਼ਾਤੀ ਤੌਰ ਤੇ ਉਹ ਖੁਦਾ ਜਾਂ ਤੌਹੀਦ ਨੂੰ ਮੰਨਦੇ ਹੀ ਨਹੀਂ ਸਨ। ਉਹਨਾਂ ਨੇ ਇੱਕ ਫੈਮਿਲੀ ਬਿਜ਼ਨਸ ਬਣਾਇਆ ਜਿਸ ਦੇ ਤਹਿਤ ਹਰ ਤਰ੍ਹਾਂ ਦੇ ਚੰਦੇ ਤੇ ਹਰ ਤਰ੍ਹਾਂ ਦੇ ਮਤਲਬ ਹੈ ਕਿ ਉਹ ਇੱਕ ਮਾਲੀ ਫਾਇਦੇ ਉਠਾਉਣ ਦੇ ਨਾਲ ਚੱਕਰ ਚ ਰਹੇ। ਜੀ ਬਿਲਕੁਲ ਸਹੀ, ਤੁਹਾਡਾ ਐਨਾਲਿਸਿਸ 100% ਸਹੀ ਹੈ। ਉਹ ਇੱਕ ਇਬਰਾਹੀਮ ਲਾਲਚੀ ਕਿਸਮ ਦੇ ਉਹ ਆਦਮੀ ਜਿਹੜੀ ਸਨ ਜਿਹੜੇ ਕੁਛ ਨਾ ਕਰਕੇ ਬਹੁਤ ਸਾਰੀ ਦੌਲਤ ਕਮਾਉਣਾ ਚਾਹੁੰਦੇ ਸਨ। ਬਿਲਕੁਲ ਦੇਖੋ ਉਹਨਾਂ ਉਹ ਜਿਹੜੀ ਕਿਤਾਬਾਂ ਲਿਖੀ, ਉਹਨਾਂ ਕਿਹਾ ਜੀ 50 ਕਿਤਾਬਾਂ ਲਿਖਾਂਗਾ, ਕਿਤਨਾ ਪੈਸਾ ਉਹਨਾਂ ਇਕੱਠਾ ਕਰ ਲਿਆ। ਉਹਨਾਂ ਨੇ ਕਬਰਸਤਾਨ ਨੂੰ ਦੱਸ ਦਿੱਤਾ ਜੀ ਇੱਥੇ ਤੁਸੀਂ ਦਫਨਾਓ ਤੇ ਆਪਣੇ 10% ਦਿਓ ਤੇ ਤੁਸੀਂ ਜੰਤੀ ਹੋ। ਉਹਨਾਂ ਮਨਾਰੇ ਮਸੀਹ ਦੀ ਤਿਆਰੀ ਬਣਾਉਣ ਦੀ ਤਿਆਰੀ ਕੀ ਸ਼ੁਰੂ ਕਰ ਦਿੱਤੀ। ਉੱਥੇ ਚੰਦੇ ਤੇ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਔਰ ਉਹ ਇੱਕ ਐਸਾ ਸੈਟਅਪ, ਜਾਂ ਫਿਰ ਉਹਨਾਂ ਨੇ ਬੇਟਿਆਂ ਨੇ ਬਾਅਦ ਵਿੱਚ ਐਸਾ ਸੈਟਅਪ ਬਣਾ ਲਿਆ ਜਿਸ ਦੇ ਵਿੱਚ ਇੱਕ ਬਾਦਸ਼ਾਹੀਅਤ ਕਾਇਮ ਹੋ ਗਈ। ਔਰ ਉਸਨੇ ਤਾਂ ਉਹ ਚੱਲੀ ਜਾ ਰਹੇ ਨੇ ਔਰ ਸਦਾ ਲੋਕ ਨੇ ਜਿਹੜੇ ਉਹ ਚੰਦੇ ਜਮ੍ਹਾਂ ਕਰਾਏ ਜਾ ਰਹੇ ਨੇ ਔਰ ਮਿਰਜ਼ਾ ਸਾਹਿਬ ਨੂੰ ਮੰਨੀ ਜਾ ਰਹੇ। ਮੇਰੇ ਹਿਸਾਬ ਵਿੱਚ ਮਾਸਵਾਏ ਚੰਦਾ ਪੈਸਾ ਬਾਦਸ਼ਾਹੀਅਤ ਇੱਕ ਸੈਟਅਪ ਇਨਫਰਾਸਟ੍ਰਕਚਰ ਜਿਹੜਾ ਉਹਨਾਂ ਬਣਾ ਲਿਆ, ਇਸਨੇ दीन या इस्लाम या मजहब का कोई आंसर नहीं। बिल्कुल ये सारा फ्रॉड और ये खाली मिर्जा साहब तक महदूद नहीं है। मिर्जा साहब की जिहड़ी औलाद है ना, वो भी यकीन करो उन्होंने भी पता है कि बई साडा प्यो भी झूठा है ते साडे दावे भी झूठे ने और अंदरों किन्ने गद्दे ने। और इंसानियत दे जिहड़े पकीज़ा खून दे रिश्ते ने मावां भैणां वाले, ਉਹਦਾ ਤਕੱਦਸ ਕਿਸ ਤਰ੍ਹਾਂ ਪਮਾਲ ਕਰਦੀ ਇਹਨਾਂ ਦੇ ਹਾਤਾਏ ਖਾਸ ਦੇ ਵਿੱਚ ਸਾਨੂੰ ਇਹਨਾਂ ਦਾ ਟੌਪ ਖਾਨਦਾਨ ਦੇ ਟੌਪ ਅਲੀਟ ਨਜ਼ਰ ਆਉਂਦੀ ਏ। ਉਹਦੇ ਤੋਂ ਅੰਦਾਜ਼ਾ ਲਾ ਲਓ ਇਹਨਾਂ ਲੋਕਾਂ ਦਾ ਅੱਲਾ ਜਾਂ ਉਹਦੇ ਰਸੂਲ ਦੇ ਉੱਤੇ ਕੋਈ ਈਮਾਨ ਹੋ ਸਕਦਾ? ਆਪ ਸੋਚ ਲਓ। ਇਹੀ ਤੇ ਗੱਲ ਹੈ ਨਾ। ਔਰ ਇਹ ਚੀਜ਼ਾਂ ਬੜੀ ਕਸਰਤ ਨਾਲ ਪਾਈਆਂ ਜਾਣੀਆਂ ਇਹਨਾਂ ਦੇ ਅੰਦਰ। ਤੇ ਜਿਸ ਬੰਦੇ ਦਾ ਕੋਈ ਈਮਾਨ ਹੋਵੇ ਜਾਂ ਕੋਈ ਆਖਰਤ ਦਾ ਸਾਹਿਬ, ਤੁਸੀਂ ਆਪ ਇੱਥੇ ਯੂਕੇ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਪਤਾ ਹੈ ਇੱਥੇ ਸੁਸਾਇਟੀਆਂ ਐਸੀਆਂ ਮੌਜੂਦ ਨੇ ਜਿਹੜੇ ਹੁਰਮਤ ਦੇ ਰਿਸ਼ਤੇ ਤਕੱਦਸ ਜਿਹੜੇ ਨੇ ਉਹ ਪਮਾਲ ਕਰਦੀਆਂ ਨੇ। ਉਹਨਾਂ ਦੀ ਐਂਟਰੀ ਦਾ ਕ੍ਰਾਈਟੇਰੀਆ ਹੀ ਇਹੀ ਹੁੰਦਾ ਕਿ ਆਪਣੇ ਜਿਹੜੇ ਹੁਰਮਤ ਵਾਲੇ ਰਿਸ਼ਤੇ ਨੇ ਇਹਨਾਂ ਨੂੰ ਪਮਾਲ ਕਰੋ, ਸ਼ੈਤਾਨ ਦੀ ਪੈਰਵੀ ਹਾਸਲ ਕਰੋ ਔਰ ਉਹਦੇ ਨਤੀਜੇ ਦੇ ਵਿੱਚ ਦੁਨਿਆਵੀ ਕੁਝ ਥੋੜੀ ਦੇਰ ਦੇ ਫਾਇਦੇ ਹਾਸਲ ਕਰ ਲੈਂਦੇ ਨੇ। ਉਹ ਲੋਕ ਮੌਜੂਦ ਨੇ ਨਾ, ਠੀਕ ਹੈ, ਉਹ ਸਾਰੇ ਸ਼ੈਤਾਨ ਦੇ ਪੁਜਾਰੀ ਹੁੰਦੇ ਨੇ, ਸ਼ੈਤਾਨ ਦੀਆਂ ਉਹਦੀਆਂ ਔਲੀਆ ਹੁੰਦੇ ਨੇ ਸ਼ੈਤਾਨ ਦੇ। ਤੇ ਮਿਰਜ਼ਾ ਸਾਹਿਬ ਵੀ ਬਿਲਕੁਲ ਉਹੀ ਚੀਜ਼ ਸਨ। ਔਰ ਉਹਨਾਂ ਦਾ ਬਸ਼ੀਰੁद्दीन महमूद ਮੁਸਲਿਮ ਮਊਦ ਉਹ ਤੇ ਐਗਜ਼ੈਕਟ ਕਾਪੀ ਸੀ ਨਾ, ਕਹਿ ਲਓ ਕਿ ਬਈ ਸ਼ੈਤਾਨੀਅਤ ਕੋ ਪੁਜਾਰੀਆਂ। ਬਹਰਾਲ ਜੀ ਤੁਸੀਂ ਜਿਤਨਾ ਵੱਡਾ ਉਹ ਸ਼ਖਸ ਜ਼ਨਾਕਾਰ ਸੀ ਔਰ ਜਿਤਨਾ ਉਸਨੇ ਆਪਣੀ ਬੀਵੀ ਦੇ ਨਾਲ ਔਰ ਆਪਣੀ ਬੱਚੀ ਦੇ ਨਾਲ ਔਰ ਜੋ ਡਾਕੂਮੈਂਟਡ ਉਹਦੇ ਕੋਲ ਚੀਜ਼ਾਂ ਮੌਜੂਦ ਨੇ ਔਰ ਉਸ ਦਾ ਐਂਡ ਦੇ ਵਿੱਚ ਜੋ ਉਹਦੀ ਅੱਲਾਹ ਸੁਬਹਾਨਾ ਤਾਲਾ ਨੇ ਮੌਤ ਕੀਤੀ, ਅੰਜਾਮ ਕੀਤਾ, ਉਹ ਕਨਫਰਮ ਕਰ ਰਿਹਾ ਕਿ ਵੀ ਇਹ ਗੰਦਾ ਆਦਮੀ ਵਾਕਈ ਸ਼ੈਤਾਨ ਦਾ ਪੁਜਾਰੀ ਸੀ।
तब अस्तगफुर तब اور مرزا صاحب نے خواب کیا کیا کہ اگر میں جھوٹا ہوں تو اسلام ہی جھوٹا ہے، والا جے تسی میں جھوٹا آخ رہے ہو تو پھر اسلام نو بھی جھوٹا ہی سمجھو. ایسے کر کے تے قادیانی ایڈی انہاں دی زباناں کھل گئی ہیں، ایسے کر کے تے ایڈی وہ بکواس کر دے نے کہ جی جدو مرزا صاحب ہی جھوٹے ثابت ہو گئے تے اسی اسلام نو بچا کے کی کرنا ہے، پھر سارے انبیاء دے اوتے اعتراض کرنے شروع کر دیو. بالکل بالکل صحیح بات ہے. انہوں نے کسے انبیاء نہیں، کسے دا کوئی ناموس نہ کوئی انہوں نے نہیں ہے ماسوائے اپنے مذہب اور مرزے دے کچھ بھی نہیں. تے اس سنی صاحب دی بروڈ تے پھر کیا ہویا بعد وچ؟ سینی صاحب دی بروڈ دے اوتے میں تے آ گیا سی ادھر. وہ یار وہ گل ہی نہیں کرن دیندے، تانوں پتہ ہے وہ گل ہی نہیں کرن دیندے. وہ ہن در منصور شروع ہو گیا سی کہ جلال الدین سیوطی دا عقیدہ ہیگا ہے کہ بھئی نبوت جاری ہے. جھوٹ. میں ایسے کر کے تو لایا سی تھوڑی دیر کے شاید کوئی آئے قادیانی، لیکن بڑھیا ہی کوئی نہیں. ہاں بالکل نہیں، اس کافی دیر ہو گئی ہوں گل کر رہے ہیں برکن. میرا فیصل بھائی بہت شکریہ، مینوں ہن جانا پی گیا. ٹھیک ہے جاج صاحب تسی بھی جاؤ، میں بھی احمد علی کام صاحب ختم کر لیا، میں گھر چلیا ہن. ٹھیک ہے انشاءاللہ پھر ہوندی شام نو انشاءاللہ ملاقات. ٹھیک ہے. اور سہیل ناصر صاحب ہون آئے جے جدو اسی چلے ہیں. ہاں میرا سہیل اللہ ناصر صاحب بلی نو کدھر جاندے ہو؟ میں ہن آیا واپس. نہیں میں سن رہا ہوں تہاڈی، لیکن میں گل نہیں کر سکاں گا، میں سن رہا ہوں. چنگا پھر میں چنگیاں گلاں آندیاں. سہیل ناصر کولوں تے چنگیاں ہی آندیاں نے نا یار. سہیل ناصر نو تے گل کر ہی سکنے نا. او تے کوئی ایک گل تے کھلوندا نہیں نا، رکدا نہیں. او گل دی گل اور تو اور یہی تے تیرا سوال کام، یہی تے تیرا سوال کام. کوئی سہیل جواب ناصر کوئی. بھائی بتائیں یار، آپ کے والد سے ہماری گپ شپ کب ہوگی یار؟ کوئی اس کی ارینجمنٹ کریں کوئی. آپ نے بڑا تعارف کرایا ہے، میرے والد صاحب بڑے شریف آدمی ہیں، بڑے اچھے آدمی ہیں، بڑا انہوں نے مرزا صاحب کو پڑھا ہوا ہے. تو چلو ان سے بھی کوئی علمی گفتگو کر کے دیکھ لیتے ہیں کہ کتنے وہ شریف ہیں اور کتنے وہ ماشاءاللہ پڑھے لکھے ہیں. چلے میں ارینج کرا دوں گا انشاءاللہ، میں رابطہ کرتا ہوں ان سے. میرے ساتھ نہیں رہتے بھائی جان، آپ وہ نے مجھے رہتے ہیں. کہا تھا ان کے پاس، آپ نے مجھے کہا تھا وہ واٹس ایپ وغیرہ استعمال نہیں کرتے. میں نے کہا مجھے بالکل اندازہ ہے جو عمر کے لوگ ہوتے ہیں وہ نہیں کرتے، لیکن نارمل کو پی ٹی سی ایل کا فون یا کوئی سادہ موبائل کا نمبر دے دیں، ہم خود ہی ان سے فون کر کے گپے لگاتے رہا کریں گے. چلے ٹھیک ہے، میں رابطہ کر لوں گا ان سے. میں ان کٹ سے آؤٹ ہی کر پہلے دیں گے نا، آپ سمجھے نا. ویل کٹ یو آؤٹ. آپ اپنا ٹرک چلائیں، ہمیں چھوڑیں انکل کے ساتھ، ہم انکل کے ساتھ گپ شپ لگائیں. شاید ان کو ہی ہم مطلب اللہ تعالیٰ انہی کی ہدایت کر دے ہمارے ہاتھ میں، کوئی پتہ ہے. وہ بھائی چلے ٹھیک ہے، میں کوشش کروں گا، لیکن وہ کم کو انسان ہے بھائی جان، وہ اتنے مناظر وغیرہ نہیں ہے. بھائی وہ مناظرہ، اپنا ہم نے مناظرہ نہیں کرنا ان سے. آپ نے کہا تھا انہوں نے مرزا صاحب کا کلام پڑھا ہوا ہے، یہ کہا تھا بالکل نا آپ بالکل نے. بالکل. ہاں ہاں، تو ہم نے بس مرزا صاحب کا کلام کے اندر جو ہے تناقض وہ ان کے سامنے پیش کرنا ہے اور پوچھنا ہے کہ یہ تناقض کو آپ کس طرح ایکسیپٹ کرتے ہیں. ٹھیک ہے، میں انشاءاللہ کوشش کرتا ہوں، یہ کوشش تو کرتا خدا ہوں ہی ہے ہوا، کیونکہ آپ کو تو پتہ ہی نہیں ہے، تو آپ سے یہ مطالبہ ہی نہیں بنتا ہمارا، سمجھ رہے ہیں نا. بالکل بالکل جس نے ایسی بات پڑھا ہے. ہو اس لیکن سے بھائی بنتا جان ہے نا. وہ اصل میں طور سے کیونکہ اب ان کی ایج بھی زیادہ ہے، وہ تقریباً اباؤٹ 70 کے قریب ہے، تو وہ میں نماز نے روزے سے آگے سے. الحمدللہ، میں نے اپنے الحمدللہ اپنی آنکھوں سے، آپ 70 کی بات کر رہے ہیں، 80 سال جماعت قادیان میں پیدا ہوئے قادیانی کو مسلمان ہوتے دیکھا. آپ کیا بات کر رہے ہیں 80 سال کی عمر میں بھی. یہ اللہ کے اوپر ہے، جب اللہ تعالیٰ کسی کو ہدایت دے دے، کسی کی بخشش منسوب ہو، کسی کی ہدایت منسوب ہو. 80 سال کی عمر میں بھی لوگوں نے جماعت چھوڑی ہے. ہاں جی، اور کئی ایسے بھی ہیں جو جوانی کے حالت میں بھی اور 80 سال کے میں جماعت میں داخل بھی ہوئے نا. یہ تو آنا جانا تو لگا رہتا ہے، اس سے کوئی انسان کوئی بہت بڑا پہلوان تو نہیں ثابت ہو 80 جاتا. سال کا داخل کوئی نہیں ہوتا، 80 سال والا داخل کوئی نہیں ہوا. مجھے دکھائیں آپ یہ اپنے مربی سے پوچھیں کہ 80 سال میں کس نے قادیانیت قبول کی ہے، مجھے دکھائیں، اور میں آپ کو 70 سال والے کو انشاءاللہ مسلمان کر کے دکھاؤں گا. اپنے والد کا نمبر دیں. چلے ٹھیک ہے، پہلے میں ان سے اجازت لے لوں، کیونکہ وہ میرے ساتھ تو نہیں رہتے، وہ رہتے ہیں پاکستان میں.
इजाजत के साथ, और जब वो मुमकिन हो, जब टाइम हो, जब फ्री हो, उनको हमने आराम में, उनके मदखल भी नहीं होना। पता है उनकी उम्र ऐसी है, एक खास रूटीन होती है इस उम्र में बंदे की, खास मिजाज होता है, उसका ख्याल करके यार क्यों फिक्र करते हो? ठीक है, मैं इंशाल्लाह करूंगा कोशिश। लेकिन अगर आपके वालिद साहब को हमने मुसलमान कर लिया तो फिर आप भी इस तरफ सोचेंगे ना, तवज्जो देंगे ना? जाहिर सी बात है, हमारे वाले साहब तो इस्लाम से इस्लाम में है ही, आपने कौन सा उसमें। ये मेरी एक बात समझ नहीं आती ओ भाई, अभी कि तो चलो जी, आप जब ला इलाहा, मैं चले बताता हूँ आपको किसका क्या मतलब, मैं अब मतलब बताता हूँ। अभी आप जब आप लोग कहते हैं ना अशहदु ला इलाहा इल्लल्लाह व अशहदु अन्ना मुहम्मदुर रसूलुल्लाह, ये अभी मैंने पढ़ा है ना। अभी इसमें जब मैंने पढ़ा है ना अशहदु अन्ना मुहम्मदुर रसूलुल्लाह, इसमें लफ्ज मोहम्मद से मेरी मुराद सिर्फ और सिर्फ खालिस्तन मोहम्मद रसूलुल्लाह इब्ने अब्दुल्ला, अब्दुल मुतलिब के पोते, आमना के बेटे अरबी हैं, उनके अलावा कोई और इसमें शामिल नहीं है। यही कलमा जब आप पढ़ते हैं ना अशहदु ला इलाहा इल्लल्लाह व अशहदु अन्ना मुहम्मद रसूलुल्लाह, आप इसमें मिर्जा साहब को भी ऐड करते हैं नबी करीम सल्लल्लाहु अलैहि वसल्लम के अलावा। ठीक है, तो मैं जब इंशाल्लाह जिसको आपसे गुफ्तगू हो, मैं चाहता हूँ कि जब मेरी उनकी आपके वालिद की गुफ्तगू मुकम्मल हो, सारा मामला हो, तो वो भी अशहदु अन्ना मुहम्मद रसूलुल्लाह में सिर्फ नबी करीम सल्लल्लाहु अलैहि वसल्लम को शामिल करें। ये कहता हूँ मैं, आप बताएं, समझ आ गई है आपको? आपके पास कोई ऐसा इन्वेंटर है या कोई ऐसा ऐसी कोई स्क्रीनिंग है कि आप दिलों में झांक के देख लेते हैं कि भाई अगले बंदे के दिल में क्या है? नहीं, दिल पे तो नहीं झांका जा सकता, तो उससे वो कलमा अशहदु अल्ला कलाम इलाहा कैसे इल्लल्लाह पता वहदहु ला लगाया जा शरीका लहू सकता व है ना। अशहदु अन्ना मुहम्मदन अब्दुहु व रसूलुहु, इसी कलमे में हमारी भी बिल्कुल वही मुराद है कि आमना के बेटे, रहमतुल लिल आलमीन, मिर्जा खातमुन साहब नबीय्यीन। उसमें शामिल नहीं है। मिर्जा साहब इसमें शामिल नहीं है। मिर्जा साहब तो खुद यही कलमा पढ़ते रहे हजूर सल्लल्लाहु अलैहि वसल्लम के। पक्की बात है, पक्की हाँ जी, बात हाँ है, जी, बिल्कुल, हाँ जी, बिल्कुल पक्की बात है। हाँ जी। हाँ जी। यार मुझे एक बात वैसे समझ नहीं आती, चले आप लोगों ने तो हमें बिल्कुल साइड कर दिया, कोई मसला नहीं, ये दायरा जरा इस्लाम से खारिज कर दिया, इस ये बात जरा में चले पढ़ हम के आपके साथ बताएं, इत्तेफाक, ये जरा पढ़ के बताएं ये क्या लिखा हुआ है। इस बात में हम आप भाईजान, ये मैं जब तक पूरी किताब नहीं पढ़ूंगा मैं ऐसे रेफरेंसेस पे बात अच्छा, ही नहीं कर आप सकता चाहे ना, पूरी किताब कलमातुल फसल आपके पास है? क्योंकि ये मेरा जाती भी तजर्बा है, या मैंने जितना भी मामला देखा है ना, कई बार जो ये पर्चियों वाले एतराजात होते हैं ना, जब इनकी हकीकत खुलती है ना तो मामला इसके बिल्कुल बरक्स निकलता है जिस तरह का एतराज पेश किया जाता है। तो ये तो मेरा जाती तजर्बा है, ये बिल्कुल जमात इसमें 100% राइट है कि जितने भी ये पर्चियों के साथ एतराजात आते हैं ना, जब इनका खोला जाता है ना, तो यकीन करें बाद में फिर हंसी आती है कि यार सामने वाला कुछ पढ़ ही लेता, एतराज पेश करने वाला थोड़ी अकल से ही काम ले लेता, कम से कम एतराज में कोई उसके कोई बेस तो बन जाती है उसके एतराज में। लेकिन सही मैं बात वैसे है। एक जनरलाइज सवाल करना चाह रहा था। वैसे ही चले, आपने तो लोगों ने तो हमें साइड कर दिया, बिल्कुल चलो जी, हमें दायरा इस्लाम से भी खारिज कर दिया, काफिर भी करार दे दिया। लेकिन एक इस्लाम के कई फिरके ऐसे हैं जिनका वाकईतन इस्लाम से कोई ताल्लुक नहीं है। ऐसी ऐसी ब्रॉडों पे मैंने, अल्लाह माफ़ करे, नाउजुबिल्ला, बातें सुनी है खुलफाओं के खिलाफ, लेकिन वो भी इस्लाम का क्लेम कर रहे हैं। वहाँ पर आप लोगों की ज़ुबानें बिल्कुल चुप रहती हैं, बंद रहती हैं। उसमें मेरा पहला जो होगा, अहले तशी जो हमारे भाई हैं, फिर क्या है यार, उन्होंने तो इस्लाम की बुनियाद ही बदल के रख दी है। वो भी आप लोगों के साथ बैठे हुए हैं, इस्लाम के दायरे में, दायरा इस्लाम में बैठे हुए हैं। ये वैसे एक जिनके इस्लाम का मैं कहता हूँ कि शायद 10% भी वो इस्लाम को फॉलो नहीं करते, लेकिन वो भी माशाल्लाह इस्लाम, दायरा इस्लाम में दाखिल है। ये वैसे एक जिनका अभी जितनी भी ब्रॉडे हैं उसमें अक्सर अहले तशी वगैरह आते हैं, तो वो बाकायदा नाउजुबिल्ला पहले 3 खुलफाओं के ऊपर तो इंतहा से ज़्यादा तोहमतें बांधते हैं और इंतहा से ज़्यादा उनकी खिलाफत का इनकार करते हैं। लेकिन वो भी माशाल्लाह दायरा इस्लाम में बैठे हुए हैं, जो जिनके दिलों में कलमा लिखा हुआ है, जिनके दिलों में हजूर सल्लल्लाहु अलैहि वसल्लम की मोहब्बत है, उनको आपने दायरा इस्लाम से खारिज किया हुआ है। ये वैसे एक कॉन्ट्रडिक्शन नहीं है, वैसे इतना बड़ा तजाद नहीं है।
अच्छी मोहब्बत है यार आप लोगों की। वो जो जिनको आप कह रहे हैं ना, हजरत अबू बकर सिद्दीक को वो कुछ कहते हैं, या हजरत उमर फारूक को कुछ कहते हैं, या हजरत उस्मान को वो कुछ कहते हैं, वो नबी करीम सल्लल्लाहु अलैहि वसल्लम को कुछ नहीं कहते। ये याद रखना, नबी करीम सल्लल्लाहु अलैहि वसल्लम को कुछ नहीं कहते। और जो आप कह रहे हैं ना आपकी मोहब्बत, वो सामने लिखी हुई है। वो पढ़ लें, आप कितनी मोहब्बत है आपको नबी करीम सल्लल्लाहु अलैहि वसल्लम से, पढ़ लें, लिखी हुई है। अच्छा, हमारी पढ़ जो के जरा जमात में सुनाएं तरबियत की है ना आज पढ़ के सुनाएं आप, आज पढ़ के सुनाएं प्लीज। भाईजान, मेरे ये जो मोबाइल मिर्जा साहब में का कॉन्सेप्ट है ना कि मैं मोहम्मद, मैं ही मोहम्मद हूँ, वो सैफी दुनिया भाई में एक वापस मिनट आया। ठहरिए। इन्हें जो इल्ज़ाम लगाया है ना, मैंने जाफरी साहब को बुलाया स्पेशल 5-6 रिक्वेस्टें भेज के। अब दोबारा बोलने से सब जो बोलना है। यार भाईजान, मेरा कोई ऐसा नजरिया नहीं है कि मैं किसी के खुदा ना खास्ता किसी के ऊपर अटैक करूं, जाती फेल के ऊपर। मैं अपने नहीं जनरलाइज, आपने बोला है कि ये लोग ये करते हैं, जो आपने बोला ना, क्योंकि सिर्फ आपने वो ही बोलना है, तो फिर ये जवाब देंगे। इसका जाती तजर्बा मैं खुद भी हूँ कि मेरे भी काफ़ी अहले तशीह दोस्त रह चुके हैं पाकिस्तान में। उनके साथ मेरा उठना बैठना, मैं उनकी मस्जिदों में भी जाता रहा हूँ। तो मैंने बाकायदा वहाँ इस्लाम नहीं देखा, बाकी सब कुछ देखा है। अस्सलामु अलैकुम वरहमतुल्लाहि वबरकातुहू। तमाम हाज़रीन महफिल और सामीन को ताला वालेकुम सबको इज्जत सलाम। दे, जाफरी साहब खुश क्या हाल है? रखे। ठीक ठाक है? जाफरी साहब, ये अल्लाह भाई ताला कह के रहे हैं साथ। कि आप लोगों ने सारा नक्शा इस्लाम का बदल दिया और हमारे खलीफा पे आप लोग बोलते हैं, तो ज़रा इनका जवाब आपने देना है, ठीक है? कि आपने क्या किया तो क्या नहीं किया। ये अहमदी भाई हैं, सेल भाई। मैं अहमदियों की बात तो नहीं करता, लेकिन इंतहाई इज़्ज़त से इनके साथ हमेशा बातचीत करने का मैं कायल हूँ। और बाकी रही बात, जो बाकी अहले इस्लाम हम उनको भाई समझते हैं, वो अहले सुन्नत वल जमात के किसी भी मकतबा फ़िक्र से ताल्लुक़ रखते हों, हम उनको भी अपना भाई समझते हैं। जो रसूलुल्लाह सल्लल्लाहु अलैहि वसल्लम को आखिरी नबी मानते हैं, हम उनको अपना भाई मानते हैं मजहबी। आप में और हम में ये बिल्कुल तफरीक है। आपके साथ इंसानी रिश्ता है, अल्लाह ताला ने जो दिया है, तो उसके मुताबिक हम आपकी इज़्ज़त करेंगे। और अगर आप कोई ऐसी बात करेंगे तो फिर उसका जवाब भी मिलेगा। बाकी रही बात, जो आपने अहले तशय्यो के अंदर इस्लाम नहीं देखा, बाकी सब कुछ देखा है, तो आप उसकी कोई वाज़ह दलील दे दीजिए ताकि उसके मुतालिक बात कर ली जाए। इस बात में कोई दो राय नहीं है कि मुख्तलिफ अकायद में बहुत सारी ऐसी बिदात जो हैं वो दाखिल हो चुकी हैं, रिवाज और ज़माने की बदलती हुई सूरत हाल के साथ साथ, तो उन पे भी बात कर लेंगे। माफ़ कीजिएगा, अगर आपको कोई एतराज़ है तो आप बात कर सकते हैं। जी बिस्मिल्लाह जी, बात नहीं कीजिए, भाईजान, सुन मैं रहा हूँ। असल में एतराज़ करने की उस वक्त पोजीशन में होता है ना इंसान। मैं तो एक प्रैक्टिकली बात आपको बता रहा हूँ, जिस तरह से मैंने सोशल मीडिया पे देखा है कि मैंने ये अहले तशय्युह जो हमारे भाई हैं उनसे ये कहते हुए सुना है बरमला। और मेरे अपने भी अहले तशय्युह काफ़ी सारे दोस्त रह चुके हैं जिनकी ज़ुबानी में ये बात, मैं तो क्योंकि तहकीक मेरी है कोई नहीं, क्योंकि इंसान वही है ना कि अगर है कुछ नहीं और वो बहुत ज़्यादा बढ़के मारता रहे तो वो मुंह की खाता है। इसलिए इंसान पहले ही अपनी कोई बात नहीं। तहकीक का पहले ही इकरार कर ले कि भाई मैं वो बातें करूंगा जो मैंने पढ़ी नहीं है, लेकिन मैंने उनका बाकायदा प्रैक्टिकली जायज़ा लिया है और ज़ुबान से सरेआम सुनी है ये बातें। जी जी, इमामत जो है वो नौज़ुबिल्लाह उनका दर्जा जो है वो नबियों से भी अफजल है, जितने भी इमाम हैं। और जितने पहले हमारे 3 खुलफा हैं उनके शदीद मुखालिफ हैं। और ये बातें मैंने खुद अपने अहले तशय्युह भाइयों से सुनी है, जितने भी मेरे दोस्त हैं, कि जी वो नाउज़ुबिल्लाह हज़रत अली को जो है वो नबी तो खैर है, वो खुदा के दर्जे पे भी उनको बिठाते हैं। जी, किन को? हज़रत अली को हाँ जी, बिल्कुल ऐसी है ये बातें। नबी मैंने मानते हैं और खुदा के दर्जे पे बिठाते हैं। नबी से अफजल मानते हैं। देखिए, जहाँ तक नबी से अफजलियत अच्छा, की इसका बात मैं है ना, पहले ही याद है, इकरार कर लूं कि मैं कोई ऑथेंटिक प्रूफ नहीं मैं दे सकता, क्योंकि मैं मेरी जी जी, अपनी कोई बात अपनी नहीं, कोई बात नहीं। क्योंकि आपने मेरी जो अपनी कुछ बात ऑथेंटिक सुनी है कहीं से भी, कोई बात नहीं, आपने कहीं से भी सुनी है, आपका हक बनता है, आप पूछें। इसी तरह हमारा भी हक बनता है कि आप मिर्ज़ा साहब के मुतालिक जो भी क्लेम है आप उसको ज़रा वाज़िया कर दें। हो सका तो हम आपको दावत हक भी देंगे ताकि आप ये गुमराही का रास्ता छोड़कर
اور اللہ اور اس کے رسول کے احکامات کے مطابق دائرہ اسلام میں زندگی گزار سکیں۔ بہرحال رہی بات جو آپ نے انبیاء سے افضلیت کی بات کی ہے، تو انبیاء علیہ السلام میں بھی افضلیت کے بہت سارے مراتب ہیں۔ یہ اگر آپ تحقیق کریں گے، یہ یہاں پہ جو ہمارے اہل سنت یا کسی بھی دوسرے اہل تشیع بھی بن، اس پہ تو ہمیں حدیث بھی ملتی ہے کہ رسول اللہ صلی اللہ علیہ وآلہ وسلم کی جو امت کام کر رہی ہے اس وقت اسلام کو پھیلانے کا، بہت سارے انبیاء علیہ السلام نے یہ کام نہیں کیا۔ یہ کے بعد دیگرے بہت سے انبیاء علیہ السلام آئے ہیں جن کا قتل ہوا، جن کے ساتھ بہت ساری زیادتیاں کی گئی ان کی امتوں کی طرف سے۔ تو یہ جو ایک علمی پس منظر ہے، اس میں رسول خدا صلی اللہ علیہ وآلہ وسلم کی جو امت ہے اور ان میں جو متقی اور پرہیزگار لوگ ہیں ان کے بڑے مراتب ہیں۔ ٹھیک ہے جی، یہاں چلیں، میں یہ تو نہیں کہتا کہ وہ انبیاء علیہ السلام سے افضل ہیں، لیکن یہ اگر تحقیق کی جائے تو آپ کو مل جائے گی بات۔ میں آپ کو اس کے ریفرنسز دے سکتا ہوں۔ باقی رہی بات مولا علی لاجپال کے متعلق، تو یہ ہمارا جو ان پہ ایمان ہے وہ حجت ہے۔ مولا علی علیہ السلام حجت ہے ہمارے لیے۔ ان کا کوئی بھی قول، کوئی بھی عمل ان کا جو ہے وہ کبھی بھی الحمدللہ مضر نہیں ہو سکتا، نقص والا نہیں ہو سکتا۔ وہ گناہ نہیں کرتے تھے اور ان کی بات ہمارے لیے حجت ہے۔ اور ان کی سپورٹ میں تو رسول خدا صلی اللہ علیہ وآلہ وسلم کی بہت سی احادیث موجود ہیں، بہت ساری حدیث موجود ہیں جو کسی بھی دیگر صحابہ کے متعلق نہیں ملتی۔ جو آپ نے شیخین کے متعلق بات کی، یہ ان پہ لعن طعن یا تبرہ کرتے ہیں، تو میں اس میں یہی گزارش کروں گا کہ نہیں کرنا چاہیے۔ لیکن جہاں پہ تنقید کا ذکر ملتا ہے وہ سورہ آل عمران میں دیکھ لیں، سورہ احزاب میں مل رہے، سورہ تحریم میں دیکھ لیں، آپ کو بہت جگہ، ایون کہ امہات المومنین ہوں یا صحابہ اکرام ہوں، بہت سارے صحابہ اکرام کے متعلق ہمیں بہت کچھ مل جاتی ہے معرفت۔ کوئی جنگ سے بھاگا ہو یا واقعہ الہ جو ملتا ہے آپ کو بخاری شریف میں، وہ کوئی بھی کسی قسم کی بات ہو ہمیں الحمدللہ مل جاتی ہے۔ اس کے میں ریفرنسز دے سکتا ہوں آپ کو۔ تو یہ چیز ہے کہ آپ کسی ناقص العقل کے کوئی خزیان سن کے آپ اس میں کسی کا عقیدہ نہ آپ اس میں اخذ کر لیں کہ اس ویسے کا عقیدہ بول جاوید رہا ہے۔ صاحب کل بھی آپ نے جی ادھورا سچ بولا تھا تو مجبوراً مجھے آنا پڑا، آج بھی میں آ گیا۔ ابھی آپ نے کوئی جنگ سے بھاگنے کے الفاظ استعمال کیے، اللہ جی سبحانہ جی تعالیٰ نے ان لوگوں کو جن کے قدم اکھڑے تھے، جو الفاظ آیت کے ہیں جن کے اڑ کے، ان کو معاف کیا تھا؟ جی نہیں معاف کیا تھا، نہیں معاف کیا؟ جی نہیں۔ جعفری صاحب آپ نے کوئی بھنگ پی ہوئی ہے اس وقت؟ اللہ جی آپ سبحانہ سورہ آل تعالیٰ نبی عمران کریم کھول صلی لیں۔ اللہ علیہ وسلم کو کہہ رہا ہے کہ میں نے میں معاف کر دیا ہے، آپ بھی ان سے میں نے نرم رویہ رکھیں، اور آپ کہہ رہے میں ہیں نے اللہ نے معاف کر الحمدللہ، دیا۔ جی بات گزارش سن لیجیے، میں الحمدللہ ابھی اسی ہی متعلق میری ریسرچ چل رہی تھی۔ یہ جو آپ نے جی، بات کی ہے نا، ہوں یہ اسی متعلق ہی میں ابھی ریسرچ کر رہا تھا۔ ہوں، چلو اپنا جی فیض بھائی، آپ نے بھائی کو صحیح نہیں بولا آپ کہ آپ نے بھنگ پی ہوئی۔ آپ یہ کہہ وہ سکتے تھے کہ صحابہ کے آپ کی صحیح متعلق قرآن تصدیق کی نہیں آیت کی۔ کے خلاف بات کر رہے ہیں علی، کل اور بھی انہوں نے ٹھیک ہے، حضرت آپ عمر کے ایسے لیے بات ان بدت کو کے کر چلیں الفاظ سکتے ہیں استعمال کہ کیے۔ آپ صحیح نہیں بول رہے، پھر اس طرح چلے وہ آپ آپ کو ان سے میری بولیں گے بات کہ کریں، ان کا میں نے دیکھا نہیں نہیں، سوال کچھ فیض اور کیا بھائی جاتا ہے۔ آپ ان کو یہ کہہ سکتے کل ہیں بھی کہ ان جی سے آپ سوال نے کچھ اور نہیں کیا بولا۔ جا رہا تھا، وہ یہاں پر ختم نبوت اب کے اوپر آ کے صحابہ پر اگر تبرک کرنا چاہتے ہیں تو ان کی اپنی مرضی ہے۔ میں تو یہاں پر ختم نہیں، آپ نبوت ان کی کو وجہ سے اس طرح چپ تو ہوں۔ نہیں نہ بول سکتے ہیں، کسی بندے کی عزت ہوتی ہے نا، اگر وہ آپ کو بولے تو اس کو ہم کہہ سکتے ہیں کہ بھی فیضی بھائی سے آپ نہیں، صحیح وہ بول رہے ہیں، آپ ان کو یہ کہہ اکثریت دیں، میں اچھا علی خیر ہی بھائی ہے۔ ٹھہریں، اب میں آپ کو قرآن کی آیت پڑھ کے دکھاتا ہوں، پھر اس کے بعد بتاتا ہوں کہ اللہ نے ان کو معاف کیا تھا یا نہیں کیا تھا۔ اور اگر کوئی شخص روزے کی حالت میں یہ کہے کہ اللہ نے ان کو آپ معاف نہیں بالکل کیا تھا، ٹھیک کہہ تو میں رہے اس کے ہیں، لیے یہی آپ کہوں گا کہ بالکل بھئی آپ نے ٹھیک کہہ بھنگ رہے پی ہیں ہوئی ہے، فیضی بھائی، یا میں میں یہ کہہ نہیں سکتا کہہ ہوں رہا کہ آپ آپ جھوٹ غلط بول کہہ رہے رہے ہیں۔ ہیں۔ دونوں میں سے کون سا ایک تو لفظ آپ اچھا ہے؟ بندے کی بات ہی نہیں نہ سنتے ہیں، ایک تو بندہ آپ کو روک دے رہا، یہی آپ بات سب ہی سے نہیں بڑا سنتے۔ مسئلہ ہے کہ جو مسئلہ بات انہوں نے یہ ہے، یہ شیعوں کی بھی بات نہیں کی، سنتی ہے تو بس بولی بات نہیں جانا۔ سنتے ہو۔ میں نے ان کو یہی بولا ہے کہ آپ ٹھیک کہہ رہے ہیں، ان کو آپ سمجھائیں کہ آپ کی تحقیق ادھر صحیح نہیں ہے، یہ بات ہے، یہ بات ہوتی ہے۔ چلیں اب یہ تو نہیں نہ بولنا کہ شروع ہو جائے بندہ، اگر ہم جہاں سے آپ کو کہیں گے، بتائیں گے نہیں، جعفری صاحب اگر آپ کو ہم بتائیں گے نہیں تو آپ کو کس طرح پتہ چلے گا؟ جی بالکل بالکل، میں ان کو حوالہ جات بھی دے سکتا ہوں حدیث کی کتب سے بھی، جن کو باقاعدہ امام ذہبی نے صحیح کہا ہے، امام بخاری نے ٹھیک کہا ہے، اور یہ بھی دے سکتا ہوں، قرآن پاک سے بھی دے سکتا ہوں۔ سورہ احزاب میں ذکر ہوا علی ہے صاحب یہ اور ختم سورہ نبوت آل کی عمران لائیو میں ہے، بھی۔ نہیں ایک منٹ ٹھہرے، یہ ختم نبوت کی جی لائیو ہے،
آپ مجھے ٹائم بتائیں جس وقت آپ چاہتے ہیں میں آپ کی کھرک ٹھنڈی کر دوں گا، نو پرابلم. میں چلے الحمدللہ میں اس اسی چیز لیے کے اوپر یہ قادر ہوں، احمدی دوست سے میں بات اس کر رہا چیز کے تھا. اوپر قادر ہوں کہ ابھی آپ کی نبوت یہاں پر جو آپ پیش کرتے ہیں نا، اپنا جو ایک کانسیپٹ ابھی جو آپ نے بڑی بڑی گستاخی کی ہے کہ ہم اپنے اماموں کو نبیوں سے بھی افضل مانتے ہیں، اس چیز کے اوپر میں جی آپ کی کافی مرمت کر سکتا ہوں، لیکن میں یہ موقع آپ نہیں ہے، نہ یہ ریکارڈنگ جگہ سن ہے، سکتے ہیں. میں نے کوئی نہ یہ ایسی بات جگہ نہیں ہے، کہی. آپ نے نہ یہ جگہ ہے. اور آپ نے یہ پتہ نہیں بات آپ نے پھر منسوخ بھی کی ہے کہ بھائی ان لوگوں کا بھی ہمارا ایسا کوئی عقیدہ نہیں ہے بھائی، ہم انبیاء کو غیر انبیاء سے افضل نہیں مانتے، اور ایسی جو بات کرے کہ غیر انبیاء انبیاء سے افضل ہے، اس کو جاہل سمجھتے ہیں، اس کو یہی سمجھتے ہیں اس نے بھنگ پی ہوئی ہے. جی بات کر لی آپ نے. آپ کو عرض کی یہ جگہ نہیں ہے، کہیں آپ دوبارہ مجھ سے موقع رکھیں، یہ لائیو بھی نہیں ہے، ختم نبوت کی لائیو ہے، یہاں پر اس طرح کی گفتگو. سوال اس نے آپ سے کیا پوچھا ہے اور آپ کدھر صحابہ کے اوپر جا رہے ہیں؟ آپ اپنے دماغی حالت کا اندازہ لگائیں کہ ایک قادیانی چلیں آپ سے آپ آ کر سوال پوچھ رہا ہے کہ آپ کے مذہب کے اندر، شیعت کے اندر غیر اسلامی چیزیں ہیں، اور آپ اس کے جواب میں صحابہ کے اوپر تان و تشنیع مستقل کری جا رہے ہیں اور کہہ رہے ہیں اس کی تنقید کا جواز موجود ہے، اس کا یہ موجود ہے. آپ اپنے مذہب کا دفاع کریں بجائے اس کے کہ صحابہ کو تان و تشنیع کا نشانہ بنائیں. یہ آپ نے کل بھی حرکت کی، مجھے کل بھی میں چھوڑ کے چلا گیا تھا لائیو میں، ابھی بھی چلا جاؤں گا، لیکن درخواست میری تھوڑی سی اپنے دماغ کے اندر گھسائیں پلیز، یہ نہ ہو مجھے رویہ سخت کرنا پڑے آپ کے ساتھ. آپ کی اپنی مرضی ہے. اگر آپ دین حق سمجھتے ہیں تو آپ کو رویہ سخت کرنا چاہیے بھی حق کو بیان کرنے کے لیے. برحال یہ میری قادیانی دوست سے بات ہو رہی ہے، تو برحال آپ نے جہاں پہ یہ بات سنی ہے یہ بات بالکل غلط ہے. ایسی کوئی بات نہیں ہے. اگر آپ نے شیعوں کے عقائد کے متعلق کوئی بات چیت پوچھنی ہے یا جاننی ہے تو آپ کو اس کے متعلق تحقیق بھی کرنی چاہیے، بجائے اس کے کہ آپ کسی بھی اس طرح کے سوشل میڈیا پلیٹ فارم پر آ کے کوئی نقطہ رکھیں، اس کے اوپر پھر بحث ہو جائے. تو ایسا کوئی عقیدہ نہیں ہے. لیکن مولا علی علیہ السلام کو ہم معصوم مانتے ہیں، ان کو حجت مانتے ہیں. ان کی بات، ان کا قول، ان کا عمل ہمارے لیے وہ وہی درجہ رکھتا ہے جو رسول خدا صلی اللہ علیہ وآلہ وسلم کا درجہ رکھتا ہے. لیکن فرق صرف یہ ہے کہ مولا علی جو ہیں وہ نبی نہیں ہیں، وہ نبی پاک صلی اللہ علیہ وآلہ وسلم کے وسیع ہیں، ان کے خلیفہ ہیں، ان کے نائب ہیں. جی جی السلام علیکم ورحمۃ اللہ وبرکاتہ. وعلیکم السلام ورحمۃ اللہ. ہوسٹ بھائی اگر اجازت ہو تو میں کچھ ایک دو باتیں کر لوں. جی جی بولیں بولیں فرحان صاحب. جزاک اللہ سر. دیکھیں میں بھائی جان آپ کی طرف سے شور آ رہا ہے. ہوسٹ بھائی آپ کی طرف سے شور آ رہا ہے ہوسٹ بھائی. جزاک اللہ جی. دیکھیں میں تفرقہ بازی کے بہت سخت خلاف ہوں. میں نہیں چاہتا کہ امت مسلمہ میں اور زیادہ پھوٹ پڑے، ٹھیک ہے. لیکن جعفری صاحب یہ حقیقت ہے کہ ابھی بھی ایک براڑ لگی ہوئی ہے جس پہ حق چار یار جو ہمارے 4 خلیفہ ہیں ان میں سے جو 3 جو مین پہلے خلیفہ ہیں ان کے انتہائی بدتمیزی کے ساتھ نام لکھے گئے ہیں، بہت گندی گندی گالیاں لکھی ہوئی ہیں ساتھ میں، اور اہل تشیع جو ہیں وہی یہ براڑ چلا رہے ہیں. پھر دوسری بات یہ ہے کہ آپ کے ایک ذاکر کے میں نے وہ سنا ہے بیان کہ وہ کہتے ہیں کہ نعوذ باللہ استغفر اللہ، جب سرکار جی دو السلام عالم صلی علیکم. اللہ علیہ وآلہ وسلم کو. السلام علیکم. وعلیکم السلام السلام علیکم. ورحمۃ اللہ. خان وعلیکم صاحب ابھی فیصل بھائی جی اسی لیے براڈ جی چھوڑ کے چلے گئے کیونکہ یہ جو براڈ ہے یہ قادیانیوں کے جو باتیں ہوتی ہیں اس کے اوپر براڈ ہے. مسلک کی ہم یہاں بات نہیں اوکے جی، کرتے، چلے ٹھیک ہے، اسی چلے لیے ان ٹھیک ہے کو روک ٹھیک ہے بھائی جان. اس لیے میں ان کو بھی مسلک روک پہ دیا. بات نہیں کرنا چاہتا تھا لیکن یہاں نہیں پر تھوڑی سی ہو گئی تھی چلیں اس لیے میں نے. مختصراً. بروڈیں ہیں ایسی جہاں پہ یہ بدتمیزی ہوتی ہے. جعفری صاحب اس چیز کو کنڈیم کرتے ہیں اور یہ ابھی میں تھوڑی دیر پہلے فرما چکے ہیں جی کہ میں ہم یہی ان سے عرض کرنا اس چاہتا ہوں رویے کہ کو یہ انتہائی غلط عمل ہے، یہ نہیں کرنا چاہیے. ٹھیک ہے جی، آپ ہمارے بھائی ہیں، ہم مذہبی بھائی ہیں، ہمارا ایمان اور عقیدہ بالکل سیم ہے. اللہ اور توحید ہمارا بالکل، توحید اور رسالت کے اوپر ہمارا بالکل جو ایمان ہے وہ بالکل برابر ہے. تو اس میں کوئی فرق نہیں سمجھنا چاہیے کہ ہم اور آپ کوئی مختلف ہیں. بس تھوڑا سا فرق ہے اور وہ بڑی نچلی سطح پہ ہے. تحقیق کریں گے انشاءاللہ تو وہ بھی کنفیوژن دور ہو جائیں گے.
باقی یہ میں احمدی دوست سے بات کر رہا تھا کہ ایسی کوئی بات نہیں ہے. آپ کسی عام انسان کی بات کو، وہ بھی ایک ذاکر کو کوٹ کر رہے تھے، ذاکر کوئی عالم نہیں ہوتے. یہ تو میں بذات خود اس چیز کو کنڈیم کرتا ہوں کہ یہ منج جو ہے ممبر رسول خدا صلی اللہ علیہ وسلم کے اہل تشیع کا جو ہے وہ ذاکرین کے ہتھے چڑھ گیا، آپ کے انات خانوں کے اور یہ مولویوں کے ہتھے چڑھ گیا. تو یہ بدقسمتی ہے ایک، میں سمجھتا ہوں اس امت کی. صاحب علم کو سنیں اور انشاءاللہ آپ کو پوری بات بھی مل جائے گی وہاں سے. بے شک جی، بے شک. جی جزاک جی اللہ. محمد سہیل صاحب آپ بات کر رہے تھے، کنٹینیو کریں گے ابھی کہ نہیں کریں گے؟ جی السلام علیکم بھائیوں، کیا حال ہے، کیسے ہیں آپ سب ٹھیک ٹھاک؟ وعلیکم السلام ورحمۃ اللہ. جی اچھا، بات یہاں پہ ہو رہی ہے توحید پہ اور نبوت پہ، یعنی اشہد اللہ الہ الا اللہ و اشہد ان محمدن عبدہ و رسولہ اور رسول خاتم النبیین ہے. السلام تو علیکم. جہاں پہ وعلیکم السلام ورحمۃ اللہ. میں یہ کہوں گا کہ شکر جعفری صاحب کیا صاحب حال بڑے ہے؟ الحمدللہ کیا حال ہے؟ جعفری صاحب ٹھیک بڑے ٹھاک نہیں ہے؟ اپنا عثمان بھائی سب سے پہلے جعفری صاحب اور سہیل صاحب کی بات کرواؤ جس لیے کیا ہوا ہے. بقایا بندوں کو بات کراتا ہوں. تو شرطا صاحب آئے ہیں. شرطا صاحب کیا حال ہے؟ ٹھیک ٹھاک ہے نا آپ؟ جی اللہ کا شکر سر، تھینک یو سو مچ. میں صرف ایک جملہ کہوں گا، اس کے بعد میں مائک میوٹ کر لوں گا کہ جعفری صاحب بڑی پیاری شخصیت ہیں، کائنڈلی ان کے ساتھ کوئی بھی یعنی کہ بد اخلاقی کے ساتھ پیش نہ آیا جائے. یہ بڑے پیارے بھائی ہیں. اختلافات اللہ ہر ایک عزت کے دے آپ کو. درمیان ہیں تو وہ محبت نہیں کے نہیں، وہ ساتھ اگنور فیصل کریں. بھائی تھے، وہ تھینک یو. چلے گئے ہیں. جعفری صاحب پہلی دفعہ نہیں آئے، روز آتے ہیں. جی اللہ کوئی بات عزت نہیں، دے میں آپ سب سمجھتا کو ہوں. یار، بس خوش میں نے رہیں. انہیں یہ کہا کہ اگر کوئی پیار سے بات کرے تو نہیں پیار نہیں، سے انہوں کریں. نے جی ہمارے تھینک اپنے یو. بھائی نے بولا ہے ان کو کہ وہ بھنگ پی ہوئی ہے، تو میں نے پھر ان کو منع کیا کہ آپ اس طرح نہ بولیں. اگر ان کو نہیں علم تو آپ بتا چلیں سکتے ہیں کہ جعفری صاحب آپ کو یہ سمجھ نہیں آئی، کیونکہ ہم تو ادھر تو بتانے کے لیے بیٹھے ہوئے ہیں نا. بالکل جی صحیح. جی، میں جزاک جذبات میں اللہ. اکثر لوگ جزاک کہہ اللہ. میں جاتے ہو ہیں، کوئی جاتا ہے، کنکلوڈ بات کرتا نہیں. ہوں. ہو جاتا ہے. کوئی وہ بھی اعتراض اچھے ایشو بھائی نہیں ہیں ہے. ہمارے. وہ بھی کوئی وہ بات بھی نہیں. وہ بھی محبت صحابہ میں انہوں نے ایسی بات کر دی ہے. ان کا کوئی مقصد جعفری صاحب کو ٹارگٹ کرنا ہاں نہیں تھا. جی جی. کوئی ایسا مسئلہ نہیں. جعفری چلیں جی، اللہ صاحب ان ہمیں کو اجر جانتے دے ہیں جی اس ماشاء اللہ. محبت کا. ہاں جی اللہ ان کوئی کو اجر نہیں، دے اس بات کا. اللہ ہو خیر کرے جاتی ہے، جی. مجھ سے بھی ہو جاتی ہے، لغزش ہو جاتی ہے، کوئی ایسی ہو بات. جاتی ہے جعفری جی. صاحب دعا جی دے یہ رہے ہیں یا کچھ؟ چلے میں تو آپ کے لیے عزت کی، رزق کی، آپ کی خوش قسمتی کی دعا مانگ رہا ہوں جی. اللہ تعالیٰ آپ سب کو، اور میں سمجھتا ہوں کہ اللہ تعالیٰ امت کے مابین ایسا اتحاد ہو، شادیاں ہوں ان کی آپس میں، سنی شیعہ اتحاد اس طرح ہو جائے، یہ ہوتی ساری ہیں امت بھائی، ایک ہو جائے. شادیاں بھی ہوتی ہیں، اور ایسا ہاں کوئی جی مسئلہ بس نہیں ہاں ہے. جی. شادیاں بھی میں ہوتی ہیں. سنی بھی ہوں. نہیں اچھا جعفری صاحب، میں ایک چیز. شادیاں تو ہوتی ہیں، یہ کچھ بندے اگر نہیں کرتے تو ان کی مرضی ہے، لیکن شادیاں تو ہوتی ہیں. یہ آپ نے پتہ نہیں، جی پہلی جی دفعہ میں نے آپ سے سنا ہے کہ شادیاں میرے نہیں. گھر کے ساتھ ہے. وہ مطلب کہ سیدی ہیں ان کی لڑکی کی شادی ہوئی ہے ہمارے بالکل ساتھ. اچھا چلیں، میں سمجھتا ہوں کہ جو دراڑیں ہیں وہ بھی ختم ہو جائیں. میں اپنے آپ کو سنی بھی کہتا ہوں، شیعہ بھی کہتا ہوں. رسول خدا کی سنت کو ماننے کے لحاظ سے میں سنی ہوں، اور اہل بیت کی محبت کو مد نظر رکھتے ہوئے میں شیعہ ہوں، شیعان علی ہوں. تو یہ کوئی نہیں، یہ کوئی بڑا تضاد نہیں ہے یار. ذرا پیار محبت کے ساتھ پیش آنا چاہیے. جی بالکل اتنا بڑا بالکل. مسئلہ نہیں ہے نا. اگر نہیں کوئی نہیں، کوئی مسئلہ نہیں، اس ہو تو بات پھر کو تو اس کو چلیں یہیں پہ جعفری صاحب آپ یہیں پہ بات چھوڑ. سٹارٹ کریں، اور ہاں احمدی کے ساتھ آپ کرنا چاہ رہے ہیں، خاموش ہو جائیں صاحب. وہ جی احمدی بھائی نے یہ اعتراض رکھا ہے کہ جی جو شیعہ حضرات ہیں وہ حضرت علی کرم اللہ وجہہ کو وہ خدا کا درجہ دے دیتے ہیں اور نبیوں سے بھی افضل مانتے ہیں. تو یہ میں نے ان سے یہی عرض کیا ہے کہ وہ کوئی بہت ہی بادل اور بدبخت انسان ہوگا جس نے یہ بات کہی ہے کہ خدا کا درجہ دیتے ہیں، یا کوئی اگر اس عقیدے پہ قائل بھی ہے تو وہ بھی باطل ہے. اس طرح کا نعوذ باللہ من ذالک کوئی ایسا نہیں. حضرت علی خود نماز پڑھتے تھے، وہ سجدہ کرتے تھے، اور یہ تمام تر چیزیں وہ عبادت کرتے تھے. تو یہ اس وہم کو ذہن سے نکال دی. یہ بہت ہی وہ نامراد قسم کے لوگ ہیں جنہوں نے یہ چیزیں زبان زد عام کر دی ہیں. وہ یہ شیعہ کا جنازہ نہ پڑھنا، وہ نکاح ٹوٹ جائے گا. یہ اس طرح کے عقیدے ہیں جو لوگوں نے شامل کر دی ہیں لوگ گمراہ کرنے کے لیے. اس کی کوئی حقیقت نہیں ہے. حضرت علی وصی رسول ہیں اور علمی وارث ہیں، اور ان کے وصی ہیں، نائب ہیں ان کے. ہم ان کو امام مانتے ہیں، خلیفہ مانتے ہیں. بے شک جی، بے اس سے شک. آگے نہیں آپ کوئی. جی آپ جی دیکھ لیں، ہسٹری میں دیکھ لیں تو جب حضرت عمر رضی اللہ عنہ خلیفہ ہے، اور وہ مشورہ سب سے پہلے جو مشورہ کرتے ہیں وہ علی سے کرتے ہیں، اور ان کے مشوروں پہ عمل کرتے ہیں. کتنی باری روایات موجود ہیں. ان میں آپس میں جی کوئی بالکل. اختلاف نہیں تھا. یہ جو لوگوں نے اختلاف خود میں ڈال دیے نا، ان کو چاہیے کہ یہ ان کے معاملات ان پہ چھوڑ کے
آپس میں یہاں پر امت محمدی صلی اللہ علیہ وسلم کے نیچے رہیں اور اسلام کی خدمت کریں اور دین حق کی خدمت کریں، یہ اختلاف کو چھوڑ دیں۔ بلکہ محمد بھائی کو میں یہ کہوں گا کہ دیکھیں اتنا کچھ ہونے کے باوجود شیعوں نے ایک جسارت نہیں کی یا سنیوں نے بھی جسارت نہیں کی. دیکھیں حدیث ملتی ہے کہ اگر میرے بعد کوئی نبی ہوتا تو عمر ہوتا، لیکن انہوں نے بھی یہ جسارت نہیں کی جیسی یہ ہمارے احمدی دوستوں نے کر دی ہے کہ ایک عام انسان نے اس قسم کا دعویٰ. اور پھر باقی بھی میں ان کے عقل اور ظرف پر ماتم ہی کر سکتا ہوں، افسوس ہی کر سکتا ہوں کہ انہوں نے اس کو نبی مان لیا منوں، کہ ایک بندہ جو فقہ حنفی کا مقلد رہا ہے ایک زمانے سے، اور بعد میں بھی وہ بندہ ایک 50 یا 60 سال کی عمر میں جا کے یہ اعلان کر دیتا ہے، تو اس پہ کیا کہا جائے. تو یہ تو بلکہ آپ کو میں دعوت فکر دینا چاہتا ہوں، یہ تو بڑی مائنر چیزیں ہیں کہ کسی نے حضرت علی کو خدا مان لیا، کسی نے ویسے ہی ایک بات کر دی. زیادہ سیویئر قسم کا جو مسئلہ ہے وہ آپ کا ہے محمد بھائی. نام آپ کا محمد ہے، لیکن آپ کو محمد کو آخری رسول بھی ماننا چاہیے، اور ان کے بعد نہ کوئی نبی ہے، وہ کس ذلی 30 ہو سیکنڈ بروزی مجھے ہو، مل کوئی جائیں، نبی نہیں. جی بسم اللہ، اب آپ بات اگر کریں، مجھے چھوٹا کر دیں. جی شرطا بھائی کو لے کے آئیں یہاں. میں یہاں پہ یہ کہوں گا کہ آپ نے بڑی خوبصورتی سے بات کی ہے کہ یہ والی، میں تو یہاں کہتا ہوں کہ ایک بندہ اس قابل ہے، دیکھیے ذرا، کہ حضرت علی علیہ السلام کے اتنے مناقب ہیں، اتنی ان کی شان ہے کہ جی جی ان کی جتنے بھی آپ کی بات کی جائے تو وہ کسی حد تک، اگر وہ واسع رسول اگر کوئی اس طریقے سے کہتا ہے تو جی جی میرا عقیدہ نہیں ہے، بہرحال میں ایک کہہ رہا ہوں، تو جی وہ اس قابل بھی تھے. سمجھیے ذرا اس جی چیز کو پہلے. جی جی اگر ایک انسان قابل بھی نہ ہو اور اس کو وہ درجہ بھی دے دیا جائے جی تو یہ رونے کا مقام نہیں ہوتا بلکہ مرنے کا مقام ہوتا ہے کہ بھائی جی آپ تو بالکل. ایک انسان جو مرزا غلام احمد قادیانی ہے اس کی آپ کریکٹر ذرا پڑھیں گے تو آپ کو سمجھ میں آئے گی کہ یار یہ بندہ کس طرح کی باتیں کہاں سے کہاں جوڑ کے، اور وہ اتنا تضاد، ایک جگہ پہ کہہ دیتا ہے یس، ایک جگہ کہہ دیتا ہے نو، دونوں ہی کنٹروورجل ایک دوسرے کی باتیں ہوتی ہیں. تو حضرت علی علیہ السلام کو اس طریقے سے کسی سے کمپیئر کروانا تو یہ تو ڈیفینیٹلی کہ ہو نہیں سکتا. ان کی ذات مقدسہ بھی ایک ایسی شخصیت تھی کہ ان کی جتنی تعریف کی جائے میرے خیال میں کام ہے. کہ مومن علی سے محبت کرے گا، اور بغض رکھنے والا صرف منافق ہی جو حضرت علی سے بغض رکھے جی گا. بالکل. تو بات جی صرف بالکل. یہ رکھیے کہ مرزا غلام احمد کا جب یہ آپ نے کہہ دیا کہ بھئی حضرت عمر فاروق جو نہ تو اہل سنت سے اور نہ ہی اہل تشیع یعنی کہ فقہ جعفریہ سے کسی نے بھی دعویٰ کیا کہ نبی ہونے کا یا کسی بھی طریقے کا، لیکن جی آپ کی نہیں طرف کسی. سے اس طرح کی جسارت ہوئی، اور ایسی جسارت ہوئی کہ اس نے تمام انبیاء اکرام کے سارے ہی جتنے بھی پرخچے تھے نعوذ باللہ وہ سارے اکھاڑ کے اپنے سر پہ لے لے. یہ نہایت ہی افسوس ہے، اور میں سمجھتا ہوں کہ یہ ظلم کی بات ہے. اگر کوئی قادیانی یہاں پہ موجود ہے تو اس کو دعوت دی جاتی ہے کہ وہ اپنے حق میں دلائل دے، اور ہم بالکل اس کا سننے کے لیے لازم انتظار کر رہے ہیں. جی جی جعفری صاحب. جی محمد صاحب بات کیجئے آپ. یہ احمدی ہیں جی شرطا بھائی، جو نیچے اچھا محمد جی نام جی کی آئی ڈی ہے نا، یہ احمدی ہیں جی. جی رائٹ، اور رائٹ جی. اچھا جی، میری بات کرنے کا مطلب صرف یہ نہیں تھا کہ خدا نعوذ باللہ ہم حضرت علی کی شان کو، میرا سے بات کرنے کا مطلب یہ تھا کہ جی ہمارے لیے باقی جو خلفاء ہیں وہ بھی اسی طرح قابل احترام ہے جس طرح حضرت علی ہیں. مطلب ایک کی شان کو اتنا بڑھا دیا جائے کہ باقی شان جو ہے، باقی شانوں کو اس کے مقابلے میں بالکل زیرو کر دیا جائے. میرا اعتراض صرف یہ تھا کہ باقی خلفاء بھی اسی طرح قابل احترام ہیں جس طرح حضرت علی ہیں. چاروں کے درجات یا افضلیت میں کوئی کمی بیشی نہیں کرنے کی. میرا صرف یہ کہنے کا مطلب تھا کہ جی جو یہ اس طرح کی گستاخیاں کرتے ہیں یا جس طرح کی بات کرتے ہیں باقی تمام خلفاؤں کے بارے میں صرف وہ بات کروں گا جو میں نے سنی ہے. میں کوئی وہ نہیں ہے. پھر سیل صاحب اس طرح تو مرزا صاحب نے بہت بڑی ایک گستاخی منٹ، کی ہے. ایک وہ منٹ جو بھائی، افغانستان جی کا تھا جو وہ مر گیا تھا. بھائی ایک منٹ، ہوس بھائی صرف ایک منٹ. تو ابھی تو یہ ایک چھوٹی سی گستاخی بتانے والے تھے. میں تو یہ کہنا چاہوں گا کہ مرزا صاحب نے کہا کہ میں نے کشف میں دیکھا کہ میں خود رب ہوں، خود اللہ ہوں،
اور یہاں تو حضرت علی کو صرف وہ مناقبت پیش کر کے کہہ رہے ہیں, تو وہاں تو مرزا صاحب کہہ رہے ہیں میں خود ہوں, میں نے خود دیکھا ہے. ایک ہو گئی. اور روحانی خزائن جلد 21 صفحہ نمبر 99, وہاں پہ جا کے دیکھیے, وہاں کہہ رہے ہیں کہ میں یوسف علیہ السلام سے بھی